ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਆਪਾਂ ਪੰਜਾਬੀ ਵਿਆਕਰਨ ਦੀ ਕਲਾਸ ਨੰਬਰ 6, ਜਿਹਦੇ ਵਿੱਚ ਆਪਾਂ ਕਰਾਂਗੇ ਜੀ ਇੱਕ ਮਹੱਤਵਪੂਰਨ ਟੌਪਿਕ ਆਪਣੇ ਆਉਣ ਵਾਲੇ ਪੇਪਰਾਂ ਵਾਸਤੇ। ਤੇ ਇਹ ਕਲਾਸ ਵੇਖਣ ਤੋਂ ਪਹਿਲਾਂ ਜਿਹੜੇ ਬੱਚੇ ਕਲਾਸ ਦੇਖ ਰਹੇ ਆ ਰਾਜੇ, ਪਹਿਲੀਆਂ ਪੁਰਾਣੀਆਂ 5 ਕਲਾਸਿਸ ਦੇਖ ਲੈਣੀਆਂ। ਉਸ ਤੋਂ ਬਾਅਦ ਇਹ ਕਲਾਸ ਦੇਖਿਓ, ਕਿਉਂਕਿ ਇਹ ਮੈਂ ਸੀਰੀਅਲ ਵਾਈਜ਼ ਆਰਡਰ ਵਾਈਜ਼ ਕਰਵਾ ਰਿਹਾ ਤਾਂ ਜੋ ਤੁਹਾਨੂੰ ਘੱਟ ਟਾਈਮ ਦੇ ਵਿੱਚ ਵਧੀਆ ਸਮਝ ਆਵੇ। ਕਿਉਂਕਿ ਅੱਜ ਕੱਲ ਦਾ ਜਿਹੜਾ ਜ਼ਮਾਨਾ ਹੈਗਾ ਰਾਜੇ, ਉਹ ਸਮਾਰਟ ਵਰਕ ਦਾ ਹੈ, ਹਾਰਡ ਵਰਕ ਦਾ ਨਹੀਂ ਹੈਗਾ। ਤਾਂ ਬਸ ਕਰਨਾ ਕੀ ਹੈ, ਤੁਸੀਂ ਜਸਟ ਇੱਕ ਵਾਰੀ ਕਲਾਸ ਦੇਖਣੀ ਹੈ ਤੇ ਕਲਾਸ ਵਧੀਆ ਲੱਗੂਗੀ ਤਾਂ ਐਂਡ ਦੇ ਵਿੱਚ ਜਾ ਕੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਜਿਹੜੇ ਬੱਚੇ ਨਵੇਂ ਨੇ। ਤਾਂ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਰਾਜੇ। ਇਸ ਤੋਂ ਇਲਾਵਾ ਪੰਜਾਬ ਜੀਕੇ ਤੇ ਕੰਪਿਊਟਰ ਵੀ ਆਪਾਂ 101% ਦਾ ਲੈਵਲ ਦਾ ਕਰ ਰਹੇ ਹਾਂ, ਉਹ ਵੀ ਕਲਾਸਿਸ ਤੁਸੀਂ ਜ਼ਰੂਰ ਦੇਖਿਓ, ਐਂਡ ਦੇ ਵਿੱਚ ਮੈਂ ਲਿੰਕ ਵੀ ਪਾਇਆ ਹੋਇਆ। ਤਾਂ ਚਲੋ ਜੀ ਆਪਾਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ। ਅੱਜ ਪੜ੍ਹਨਾ ਕੀ ਹੈ ਰਾਜੇ, ਆਪਾਂ ਵਿਸ਼ੇਸ਼ਣ ਪੜ੍ਹਨਾ ਹੈ, ਠੀਕ ਹੈ ਜੀ। ਇਸ ਤੋਂ ਪਹਿਲਾਂ ਆਪਾਂ ਨਾਮ, ਪੜਨਾਮ, ਕਾਰਕ ਵਗੈਰਾ, ਕਿਰਿਆ ਵਗੈਰਾ ਪੜ੍ਹ ਚੁੱਕੇ ਹਾਂ, ਕਾਲ ਪੜ੍ਹ ਚੁੱਕੇ ਹਾਂ। ਅੱਜ ਪੜ੍ਹਨਾ ਜੀ ਵਿਸ਼ੇਸ਼ਣ। ਦੇਖੋ ਵਿਸ਼ੇਸ਼ਣ ਦਾ ਨਾਮ ਤੋਂ ਹੀ ਦੱਸ ਰਿਹਾ ਵਿਸ਼ੇਸ਼, ਠੀਕ ਹੈ। ਜੇ ਮੈਂ ਨਾ ਕੱਟ ਦੇਵਾਂ ਤਾਂ ਵਿਸ਼ੇਸ਼ਣ ਦਾ ਕੀ ਬਣ ਗਿਆ, ਵਿਸ਼ੇਸ਼। ਵਿਸ਼ੇਸ਼ ਦਾ ਮਤਲਬ ਹੁੰਦਾ ਖਾਸ, ਠੀਕ ਹੈ ਜੀ। ਕਹਿੰਦਾ ਵਿਸ਼ੇਸ਼ਣ ਦਾ ਕੰਮ ਕੀ ਹੁੰਦਾ ਰਾਜੇ, ਕਿਸੇ ਆਮ ਚੀਜ਼ ਨੂੰ ਕੀ ਬਣਾ ਦੇਣਾ, ਖਾਸ ਬਣਾ ਦੇਣਾ, ਉਹਦੀ ਵਿਸ਼ੇਸ਼ਤਾ ਦੱਸ ਕੇ, ਠੀਕ ਹੈ। ਜਿਵੇਂ ਹੁਣ ਮੰਨ ਲਓ ਕੋਈ ਨਾਰਮਲ ਆਪਾਂ ਕਹਿ ਦਾਂਗੇ ਮੁੰਡੇ, ਠੀਕ ਹੈ। ਮੁੰਡੇ ਤਾਂ ਕੀ ਹੋ ਗਿਆ, ਇੱਕ ਇੱਕ ਵਰਗ ਹੋ ਗਿਆ, ਇੱਕ ਜਾਤੀ ਹੋ ਗਈ ਮੁੰਡੇ। ਬਟ ਜੇ ਮੈਂ ਕਹਿ ਦੇਵਾਂ ਬਹੁਤ ਸੋਹਣਾ ਮੁੰਡਾ, ਤਾਂ ਉਹ ਕੀ ਬਣ ਗਿਆ, ਉਹ ਮੁੰਡਿਆਂ ਦੇ ਵਿੱਚੋਂ ਇੱਕ ਸੋਹਣਾ ਮੁੰਡਾ। ਕਹਿਣ ਦਾ ਮਤਲਬ ਕੀ ਬਣ ਗਿਆ, ਉਹ ਆਮ ਤੋਂ ਕੀ ਬਣ ਗਿਆ, ਖਾਸ ਬਣ ਗਿਆ। ਤਾਂ ਵਿਸ਼ੇਸ਼ਣ ਦਾ ਕੰਮ ਕੀ ਹੁੰਦਾ ਰਾਜੇ, ਨਾਮ ਤੇ ਪੜਨਾਮ ਦੇ ਨਾਲ ਆ ਕੇ, ਠੀਕ ਹੈ ਜੀ, ਉਹਨੂੰ ਆਮ ਤੋਂ ਖਾਸ ਬਣਾਉਣਾ, ਉਹਨੂੰ ਕਹਿ ਦਾਂਗੇ ਆਪਾਂ ਜੀ ਵਿਸ਼ੇਸ਼ਣ, ਜਾਂ ਆਪਾਂ ਕਹਿ ਸਕਦੇ ਹਾਂ ਉਹਦੀ ਵਿਸ਼ੇਸ਼ਤਾ ਦੱਸਣਾ, ਵਿਸ਼ੇਸ਼ਤਾ ਦੱਸਦਾ, ਠੀਕ ਹੈ ਜੀ। ਤਾਂ ਇਹਨੂੰ ਆਪਾਂ ਕਹਿ ਦਾਂਗੇ ਜੀ ਵਿਸ਼ੇਸ਼ਣ। ਕਹਿੰਦਾ ਜੀ ਜਦੋਂ ਅਸੀਂ ਕਿਸੇ ਜੀਵ, ਜਗ੍ਹਾ ਜਾਂ ਵਸਤੂ ਦਾ ਗੁਣ, ਔਗਣ, ਠੀਕ ਹੈ, ਇਹ ਗੁਣ ਵੀ ਦੱਸਦਾ ਰਾਜੇ, ਔਗਣ ਵੀ ਦੱਸਦਾ ਹੈ। ਗੁਣ ਦਾ ਮਤਲਬ ਕੀ, ਜਿਵੇਂ ਆਪਾਂ ਕਹਿ ਦਈਏ ਰਾਮ ਬਹੁਤ ਇਮਾਨਦਾਰ ਹੈ, ਠੀਕ ਹੈ, ਉਸ ਦੇ ਉਲਟ ਅਗਰ ਆਪਾਂ ਕਹਿ ਦਈਏ ਔਗਣ ਕੀ ਹੋਊਗਾ, ਠੀਕ ਹੈ ਜੀ, ਸੁੰਦਰ, ਠੀਕ ਹੈ ਜੀ, ਬਹੁਤ ਬੇਈਮਾਨ ਦੁਕਾਨਦਾਰ ਹੈ। ਤਾਂ ਗੁਣ ਵੀ ਦੱਸੂਗਾ ਤੇ ਔਗਣ ਵੀ ਦੱਸੂਗਾ। ਇਸ ਤੋਂ ਇਲਾਵਾ ਰੰਗ ਹੋ ਗਿਆ, ਆਕਾਰ ਹੋ ਗਿਆ ਆਦਿ, ਠੀਕ ਹੈ ਜੀ। ਕਹਿੰਦਾ ਉਹ ਵਸਤੂਆਂ ਜਿਹੜੀਆਂ ਦੂਜੀਆਂ ਵਸਤੂਆਂ ਤੋਂ ਵਿਸ਼ੇਸ਼ ਬਣ ਜਾਂਦੀਆਂ, ਠੀਕ ਹੈ ਜੀ। ਉਹਦੇ ਗੁਣ ਜਾਂ ਔਗਣ ਦੱਸ ਕੇ ਉਹਨੂੰ ਕੀ ਕਰ ਦੂਗਾ, ਆਮ ਤੋਂ ਕੀ ਬਣਾ ਦੂਗਾ, ਖਾਸ ਬਣਾ ਦੂਗਾ। ਉਦਾਹਰਨ ਵਜੋਂ ਇਹਨਾਂ ਨੇ ਲੈ ਲਿਆ, ਜਿਵੇਂ ਦੇਖੋ ਕਹਿੰਦਾ ਜੀ ਜਿਹੜੀ ਗਾਂ ਹੈਗੀ ਹੈ, ਜਿਹਨੂੰ ਆਪਾਂ ਪੰਜਾਬੀ 'ਚ ਗਊ ਵੀ ਕਹਿੰਦੇ ਆ, ਕਹਿੰਦਾ ਜੀ ਗਊ ਇੱਕ ਆਮ ਜੀਵ ਹੈ। ਪਰ ਜੇ ਆਪਾਂ ਕਹਿ ਦਈਏ ਗਊ ਚਿੱਟੀ ਹੈ, ਤਾਂ ਚਿੱਟੀ ਕਹਿਣ ਦੇ ਨਾਲ ਕੀ ਬਣ ਗਈ, ਉਹ ਆਮ ਤੋਂ ਕੀ ਬਣ ਗਈ ਰਾਜੇ, ਖਾਸ ਬਣ ਗਈ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਮੁੰਡਾ ਇੱਕ ਆਮ ਲੜਕਾ ਹੈ, ਪਰ ਮੁੰਡਾ ਬਹੁਤ ਸੋਹਣਾ ਕੀ ਬਣ ਗਿਆ ਰਾਜੇ, ਇੱਕ ਸਪੈਸ਼ਲ ਬਣ ਗਿਆ, ਵਿਸ਼ੇਸ਼ ਬਣ ਗਿਆ। ਤਾਂ ਠੀਕ ਹੈ ਜੀ, ਬਸ ਇਹਨੂੰ ਤੁਸੀਂ ਯਾਦ ਕਿਵੇਂ ਰੱਖਣਾ, ਅਜਿਹੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਵਿਆਕਰਨ ਦੇ ਵਿੱਚ ਕੀ ਕਹਿ ਦਿੰਦੇ ਆਪਾਂ, ਵਿਸ਼ੇਸ਼ਣ ਕਹਿ ਦਿੰਦੇ ਆ। ਜਾਂ ਇਹਦੀ ਅਗਰ ਪ੍ਰੋਪਰ ਡੈਫੀਨੇਸ਼ਨ ਦੇਖਣੀ ਹੋਵੇ ਰਾਜੇ, ਉਹ ਡੈਫੀਨੇਸ਼ਨ ਆ ਲਿਖੀ ਗਈ ਹੈ ਕਿ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਮ ਸ਼ਬਦ ਦੇ ਨਾਲ ਉਸਦੀ ਵਿਸ਼ੇਸ਼ਤਾ ਪ੍ਰਗਟ ਕਰਨ ਤੇ ਉਹਨੂੰ ਆਮ ਤੋਂ ਖਾਸ ਬਣਾਉਣ, ਉਹਨਾਂ ਨੂੰ ਕੀ ਕਹਿ ਦਿੰਦੇ ਆ, ਵਿਸ਼ੇਸ਼ਣ ਕਹਿ ਦਿੰਦੇ ਆ। ਹੁਣ ਜਿਵੇਂ ਚਲੋ ਜਿੰਨੇ ਮਰਜ਼ੀਆਂ ਐਗਜ਼ਾਮਪਲ ਲੈ ਲਓ, ਤੁਹਾਨੂੰ ਸਮਝ ਲੱਗ ਗਿਆ ਹੋਊਗਾ, ਇਹਦੇ ਵਿੱਚ ਕੋਈ ਜ਼ਿਆਦਾ ਔਖੀ ਗੱਲ ਨਹੀਂ ਹੈਗੀ। ਜਿਵੇਂ ਕਹਿ ਰਿਹਾ ਸ਼ੈਲੀਨੀ ਬੁੱਧੀਮਾਨ ਹੈ, ਗੀਤਾ ਸਿਆਣੀ ਕੁੜੀ ਹੈ, ਮੁੰਡਾ ਉਦਮੀ ਹੈ। ਇਹ ਵਾਕ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਲਈਏ ਬੁੱਧੀਮਾਨ, ਸਿਆਣੀ, ਉਦਮੀ, ਠੀਕ ਹੈ। ਉਦਮੀ ਦਾ ਮਤਲਬ ਹੁੰਦਾ ਜਿਹੜਾ ਕਿ ਮਿਹਨਤ ਕਰਦਾ ਰਹਿੰਦਾ। ਇਹ ਜਿਹੜੇ ਸ਼ਬਦ ਆਏ ਇਹਨਾਂ ਨੇ ਕੀ ਕਰਤਾ, ਇਹਨਾਂ ਨੂੰ ਆਮ ਤੋਂ ਕੀ ਬਣਾਤਾ, ਖਾਸ ਬਣਾਤਾ। ਤਾਂ ਵਿਸ਼ੇਸ਼ਣ ਦੀ ਡੈਫੀਨੇਸ਼ਨ ਸਮਝ ਆ ਗਈ ਹੋਊਗੀ ਰਾਜੇ। ਵਿਸ਼ੇਸ਼ਣ ਤੋਂ ਕਿਵੇਂ ਦੇ ਕੁਐਸਚਨ ਬਣਦੇ ਤੁਹਾਨੂੰ ਪੇਪਰਾਂ ਦੇ ਵਿੱਚ, ਜਿਹੜਾ ਪਿੱਛੇ ਦੇ ਪੇਪਰ ਹੋਏ ਆ ਜੇਲ੍ਹ ਵਾਰਡਨ ਜਾਂ ਫਿਰ ਕਲਰਕ 2021 ਦੇ ਪੀਟਰ ਪਲਸ ਬੋਰਡ ਵੱਲੋਂ, ਉਹਦੇ ਵਿੱਚ ਆ ਕੁਐਸਚਨ ਆਇਆ ਸੀ। ਕਹਿੰਦਾ ਜੀ ਇਹਨਾਂ ਵਿੱਚੋਂ ਕਿਹੜਾ ਵਿਸ਼ੇਸ਼ਣ ਹੈ, ਤੁਸੀਂ ਈਜ਼ੀਲੀ ਦੱਸ ਸਕਦੇ ਹੋ ਰਾਜੇ। ਦੇਖੋ ਕਹਿੰਦਾ ਸੀਤਾ ਤੇ ਗੀਤਾ, ਮੈਂ ਤੇ ਅਸੀਂ, ਕੁਰਸੀ ਤੇ ਬਿਸਤਰਾ, ਠੀਕ ਹੈ, ਚੰਗਾ ਤੇ ਮਾੜਾ। ਹੁਣ ਇਹਨਾਂ ਚੋਂ ਵਿਸ਼ੇਸ਼ਣ ਕਿਹੜਾ ਹੈਗਾ ਰਾਜੇ, ਤੁਹਾਨੂੰ ਪਤਾ ਵੀ ਕਿਸੇ ਦੇ ਗੁਣ ਜਾਂ ਔਗਣ ਦੱਸੂਗਾ। ਆਪਾਂ ਜਿਵੇਂ ਕਹਿ ਦਈਏ ਰਾਮ ਬਹੁਤ ਚੰਗਾ ਵਿਦਿਆਰਥੀ ਹੈ, ਠੀਕ ਹੈ। ਜਾਂ ਆਪਾਂ ਕਹਿ ਦਈਏ ਉਹ ਬਹੁਤ ਮਾੜਾ ਦੁਕਾਨਦਾਰ ਹੈ, ਠੀਕ ਹੈ। ਤਾਂ ਕਹਿਣ ਦਾ ਮਤਲਬ ਉਹਦੇ ਗੁਣ ਜਾਂ ਔਗਣ ਦੱਸਤੇ, ਤੇ ਚੰਗਾ ਮਾੜਾ ਇੱਥੇ ਕੀ ਬਣ ਗਏ ਰਾਜੇ, ਤੁਹਾਡੇ ਵਿਸ਼ੇਸ਼ਣ ਬਣ ਗਏ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਪੇਪਰਾਂ ਵਿੱਚੋਂ, ਆਪਾਂ ਸੌਖੇ ਢੰਗ ਨਾਲ ਉਹਨਾਂ ਨੂੰ ਕੀ ਕਰਾਂਗੇ, ਟਿਕ ਕਰਾਂਗੇ। ਤਾਂ ਚਲੋ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਹੁਣ ਵਿਸ਼ੇਸ਼ਣ ਦੀਆਂ ਕਿਸਮਾਂ ਦੀ ਗੱਲ ਕਰਦੇ ਹਾਂ, ਜਾਂ ਪੰਜਾਬੀ 'ਚ ਕਹਿ ਦਿੰਦੇ ਆ ਵਿਸ਼ੇਸ਼ਣ ਦੇ ਭੇਦ ਰਾਜੇ। ਇੱਕ ਤਾਂ ਇਹ ਯਾਦ ਰੱਖਣਾ ਸਭ ਤੋਂ ਪਹਿਲੀ ਗੱਲ, ਵਿਸ਼ੇਸ਼ਣ ਕਿੰਨੇ ਤਰ੍ਹਾਂ ਦਾ ਹੁੰਦਾ ਰਾਜੇ, 5 ਤਰ੍ਹਾਂ ਦਾ ਹੁੰਦਾ। ਇਹ ਕੁਐਸਚਨ ਵੀ ਬਹੁਤ ਪੁੱਛਦੇ ਆ। ਜਿਵੇਂ ਪਿੱਛੇ ਜੇ ਤੁਹਾਨੂੰ ਮੈਂ ਨਾਂਵ ਕਰਾਇਆ, ਨਾਂਵ ਕਿੰਨੇ ਤਰ੍ਹਾਂ ਦਾ ਹੁੰਦਾ, 5 ਤਰ੍ਹਾਂ ਦਾ। ਪੜਨਾਮ ਕਿੰਨੇ ਤਰ੍ਹਾਂ ਦਾ ਹੁੰਦਾ, 6 ਤਰ੍ਹਾਂ ਦਾ। ਕਿਰਿਆ ਕਿੰਨੇ ਤਰ੍ਹਾਂ ਦੀ ਹੁੰਦੀ ਹੈ, 2 ਤਰ੍ਹਾਂ ਦੀ ਹੁੰਦੀ ਹੈ, ਠੀਕ ਹੈ। ਉਵੇਂ ਵਿਸ਼ੇਸ਼ਣ ਕਿੰਨੇ ਤਰ੍ਹਾਂ ਦਾ ਹੁੰਦਾ ਰਾਜੇ, 5 ਤਰ੍ਹਾਂ ਦਾ ਹੁੰਦਾ। ਇਹ ਚੀਜ਼ਾਂ ਸਾਰੀਆਂ ਯਾਦ ਰੱਖਣੀਆਂ ਤੁਸੀਂ ਆਪਦੇ ਐਗਜ਼ਾਮ ਵਾਸਤੇ। ਬਾਕੀ ਕੋਈ ਗੱਲ ਨਹੀਂ, ਲਾਸਟ ਦੇ ਵਿੱਚ ਮੈਂ ਇੱਕ ਟ੍ਰਿਕ ਵੀ ਕਰਵਾ ਦੂੰਗਾ, ਟ੍ਰਿਕ ਦੇ ਨਾਲ ਤੁਸੀਂ ਈਜ਼ੀਲੀ ਸਮਝ ਜਾਓਗੇ। ਹੁਣ ਕਿਹੜੇ ਕਿਹੜੇ ਵਿਸ਼ੇਸ਼ਣ ਹੁੰਦੇ ਰਾਜੇ, ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ, ਪਰਿਮਾਣਵਾਚਕ, ਨਿਸ਼ਚੈਵਾਚਕ, ਪੜਨਾਮੀ ਵਿਸ਼ੇਸ਼ਣ।
ਹੁਣ ਜਿੰਨੀਆਂ ਵੀ ਤੁਸੀਂ ਬੁੱਕਸ ਫੋਲੋ ਕਰਦੇ ਹੋਵੋਗੇ ਜਾਂ ਕੋਈ ਜਿਹੜੇ ਸੋਰਸ ਤੁਸੀਂ ਜਿੱਥੋਂ ਪੜ੍ਹਦੇ ਹੋ ਤੁਹਾਨੂੰ ਡਾਇਰੈਕਟ ਕਰਾਇਆ ਜਾਊਗਾ, ਬਟ ਫਰਦਰ ਇਹਨਾਂ ਦੇ ਅੱਗੇ ਟਾਈਪਸ ਹੁੰਦੀਆਂ ਨੇ ਉਹ ਕੋਈ ਨਹੀਂ ਕਰਾਉਂਦਾ। ਉਹ ਕਰਨੀਆਂ ਬਹੁਤ ਜ਼ਰੂਰੀ ਹੈ ਰਾਜੇ। ਉਹਦਾ ਕਾਰਨ ਕੀ ਹੈ, ਕਿਉਂਕਿ ਉੱਥੋਂ ਵੀ ਅਕਸਰ ਮੈਂ ਪੇਪਰਾਂ ਨੂੰ ਐਨਾਲਿਸਿਸ ਕਰਕੇ ਹੀ ਕਰਵਾ ਰਿਹਾ, ਅਕਸਰ ਉੱਥੋਂ ਵੀ ਕੁਐਸਚਨ ਪਾਉਣ ਲੱਗ ਗਿਆ ਐਗਜ਼ਾਮੀਨਰ, ਕਿਉਂਕਿ ਡੇ ਬਾਏ ਡੇ ਕੀ ਹੋ ਰਿਹਾ, ਲੈਵਲ ਅਪ ਹੋ ਰਿਹਾ ਪੇਪਰਾਂ ਦਾ। ਤਾਂ ਚਲੋ ਜੀ ਆਪਾਂ ਪਹਿਲਾਂ ਪੜ੍ਹਦੇ ਹਾਂ ਗੁਣਵਾਚਕ ਵਿਸ਼ੇਸ਼ਣ ਕੀ ਹੁੰਦਾ ਹੈ। ਦੇਖੋ ਨਾਮ ਤੋਂ ਕਲੀਅਰ ਹੈ, ਗੁਣਵਾਚਕ। ਹੁਣ ਕਿਸੇ ਦੇ ਗੁਣ ਦੱਸਣੇ ਹੋਣ, ਹਰੇਕ ਬੰਦੇ ਦੇ ਵਿੱਚ ਕੋਈ ਬੰਦਾ 100% ਨਹੀਂ ਹੁੰਦਾ। ਜੇ 100% ਹੀ ਹੋ ਜਾਊਗਾ ਉਹ ਕੀ ਹੋ ਜਾਊਗਾ, ਅਕਾਲ ਪੁਰਖ ਦਾ ਰੂਪ ਹੋ ਜਾਊਗਾ। ਤਾਂ ਬੰਦੇ ਦੇ ਵਿੱਚ ਗੁਣ ਵੀ ਹੁੰਦੇ ਆ, ਔਗਣ ਵੀ ਹੁੰਦੇ ਆ। ਗੁਣ ਦਾ ਮਤਲਬ ਹੁੰਦਾ ਚੰਗੀਆਂ ਗੱਲਾਂ, ਔਗਣ ਦਾ ਹੁੰਦਾ ਮਾੜੀਆਂ ਗੱਲਾਂ। ਹੁਣ ਮੇਰੇ 'ਚ ਵੀ ਮਾੜੀਆਂ ਗੱਲਾਂ ਹੋਣਗੀਆਂ, ਚੰਗੀਆਂ ਵੀ ਹੋਣਗੀਆਂ, ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ। ਤਾਂ ਕਹਿੰਦਾ ਜੀ ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਸ਼ਬਦ ਦੇ ਗੁਣ ਤੇ ਔਗਣ ਆਦਿ ਦਾ ਪ੍ਰਗਟ ਕਰੇ, ਕਹਿੰਦਾ ਵੀ ਜੇ ਕਿਸੇ ਦਾ ਗੁਣ ਵੀ ਦੱਸੂਗਾ ਜਾਂ ਔਗਣ ਵੀ ਪ੍ਰਗਟ ਕਰੇ, ਉਸ ਨੂੰ ਕੀ ਕਹਿ ਦਾਂਗੇ ਆਪਾਂ, ਗੁਣਵਾਚਕ ਵਿਸ਼ੇਸ਼ਣ ਕਹਿ ਦਾਂਗੇ। ਜਿਵੇਂ ਆਪਾਂ ਕਹਿ ਦਾਂਗੇ ਪਤਲੀ ਕੁੜੀ, ਜਾਂ ਕਹਿ ਦਾਂਗੇ ਸੀਤਾ ਬਹੁਤ ਪਤਲੀ ਕੁੜੀ ਹੈ, ਠੀਕ ਹੈ, ਉਹਦਾ ਗੁਣ ਕੀ ਹੈ, ਗੁਣ ਕਹਿ ਲਓ ਜਾਂ ਔਗਣ ਕਹਿ ਲਓ, ਹਨਾ, ਪਤਲੀ ਆ ਉਹ। ਸੁੰਦਰ ਦ੍ਰਿਸ਼, ਉੱਚੀ ਪਦਵੀ। ਤਾਂ ਇਹ ਜਿਹੜੇ ਵਰਡ ਆਏ ਆ, ਪਤਲੀ, ਸੁੰਦਰ, ਉੱਚੀ, ਇਹ ਕੀ ਦੱਸਦੇ ਰਾਜੇ, ਇਹ ਗੁਣ ਦੱਸ ਰਹੇ ਆ ਉਸ ਵਸਤੂਆਂ ਦਾ, ਉਸ ਜੀਵ ਦਾ, ਠੀਕ ਹੈ ਜੀ। ਤਾਂ ਇਹਨੂੰ ਆਪਾਂ ਕਹਿ ਦਾਂਗੇ ਗੁਣਵਾਚਕ ਵਿਸ਼ੇਸ਼ਣ। ਬਾਕੀ ਇਹਨੂੰ ਥੋੜਾ ਜਿਹਾ ਹੋਰ ਡਿਟੇਲ 'ਚ ਪੜ੍ਹਦੇ ਹਾਂ, ਉਹਦਾ ਕਾਰਨ ਕੀ ਤੁਹਾਨੂੰ ਮੈਂ ਦੱਸਦਾ। ਹੁਣ ਗੁਣਵਾਚਕ ਵਿਸ਼ੇਸ਼ਣ ਜਿਹਨੂੰ ਤੁਸੀਂ ਕੀ ਕਹਿ ਦਿੰਦੇ ਆ ਰਾਜੇ ਅੰਗਰੇਜ਼ੀ ਦੇ ਵਿੱਚ, ਵੈਸੇ ਜਿਹੜਾ ਵਿਸ਼ੇਸ਼ਣ ਹੁੰਦਾ ਉਹਨੂੰ ਕਹਿ ਦਿੰਦੇ ਆ ਐਡਜੈਕਟਿਵ, ਠੀਕ ਹੈ ਜੀ। ਗੁਣਵਾਚਕ ਨੂੰ ਕੀ ਕਹਿ ਦਿੰਦੇ ਆ, ਕੁਆਲਿਟੇਟਿਵ ਐਡਜੈਕਟਿਵ ਕਹਿ ਦਿੰਦੇ ਆ, ਠੀਕ ਹੈ ਜੀ। ਕਹਿੰਦਾ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਗੁਣ ਦੱਸਣ, ਔਗਣ ਦੱਸਣ, ਆਕਾਰ ਦੱਸਣ, ਰੰਗ ਦੱਸਣ, ਜਾਂ ਉਹਨੂੰ ਮਤਲਬ ਰੰਗ ਵਗੈਰਾ, ਸਥਾਨ ਵਗੈਰਾ ਦੱਸ ਕੇ ਪ੍ਰਗਟ ਕਰਕੇ ਉਹਨੂੰ ਆਮ ਤੋਂ ਖਾਸ ਬਣਾ ਦਿੰਦੇ, ਉਹਨੂੰ ਕੀ ਕਹਿ ਦਿੰਦੇ ਆ, ਗੁਣਵਾਚਕ ਵਿਸ਼ੇਸ਼ਣ। ਜਿਵੇਂ ਆਪਾਂ ਕਹਿ ਦਈਏ ਬਹੁਤ ਮਿੱਠਾ ਪਾਣੀ ਹੈ, ਗਰਮ, ਬਹੁਤ ਗਰਮ ਜਗ੍ਹਾ ਹੈ, ਠੀਕ ਹੈ ਜੀ, ਠੰਡਾ, ਸਖਤ, ਹਰਾ, ਹੌਲੀ, ਤੇਜ਼, ਮਾੜਾ, ਨਿਡਰ, ਦਿਆਲੂ, ਡਰਪੋਕ, ਬਹਾਦਰ, ਜੋ ਮਰਜ਼ੀ ਕਹੀ ਜਾਓ, ਇਹ ਸਾਰੇ ਕੀ ਨੇ, ਤੁਹਾਡੇ ਗੁਣਵਾਚਕ ਵਿਸ਼ੇਸ਼ਣ ਹੈਗੇ ਆ। ਜਿਵੇਂ ਕਹਿੰਦਾ ਜੀ ਸ਼ਿਵਾਜੀ ਮਰਹੱਟਾ ਬਹੁਤ ਬਹਾਦਰ ਸਨ, ਸ਼ਿਵਾਜੀ ਮਹਾਰਾਜ ਜੀ ਬਾਰੇ ਕਹਿ ਰਹੇ ਨੇ। ਕਹਿੰਦਾ ਜੀ ਖੱਟੀ ਚਟਨੀ ਹੀ ਚੰਗੀ ਲੱਗਦੀ ਹੈ, ਪਿੰਡਾਂ 'ਚ ਆਪਾਂ ਆਮ ਖਾਂਦੇ ਆ ਰੋਟੀ ਨਾਲ, ਹਨਾ, ਤਾਂ ਚਟਨੀ ਕਹਿੰਦਾ ਜੀ ਖੱਟੀ ਚੰਗੀ ਲੱਗਦੀ ਹੈ। ਤਾਂ ਬਹਾਦਰ ਸ਼ਬਦ ਹੋ ਗਿਆ ਤੇ ਖੱਟੀ ਜਿਹੜਾ ਵਰਡ ਇੱਥੇ ਯੂਜ਼ ਕੀਤਾ ਗਿਆ ਰਾਜੇ, ਇਹ ਕੀ ਹੋ ਗਏ, ਤੁਹਾਡੇ ਗੁਣਵਾਚਕ ਵਿਸ਼ੇਸ਼ਣ ਹੋ ਗਏ। ਹੁਣ ਜਿਹੜੇ ਗੁਣਵਾਚਕ ਵਿਸ਼ੇਸ਼ਣ ਹੈਗੇ ਆ, ਉਹਦੇ ਵਿੱਚ ਨਾ ਤਿੰਨ ਤਰ੍ਹਾਂ ਦੀਆਂ ਅਵਸਥਾ ਪਾਈਆਂ ਜਾਂਦੀਆਂ, ਜਿਹੜੀਆਂ ਤੁਸੀਂ ਅੰਗਰੇਜ਼ੀ ਵਿੱਚ ਕਰਦੇ ਹੋਵੋਗੇ ਡਿਗਰੀਜ਼, ਠੀਕ ਹੈ ਜੀ। ਤਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਜੀ, ਤੁਲਨਾ ਦੇ ਦ੍ਰਿਸ਼ਟੀਕੋਣ ਤੋਂ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਕਿਸਮਾਂ ਕਹਿ ਲਓ ਜਾਂ ਅਵਸਥਾਵਾਂ ਕਹਿ ਲਓ ਹੁੰਦੀਆਂ ਹਨ। ਕਿਹੜੀ ਕਿਹੜੀ? ਪਹਿਲੀ ਹੁੰਦੀ ਹੈ ਜਿਹਨੂੰ ਤੁਸੀਂ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ ਪੋਜ਼ਿਟਿਵ ਡਿਗਰੀ, ਕਹਿ ਦਿੰਦੇ ਆ ਜੀ ਪੰਜਾਬੀ 'ਚ ਸਧਾਰਨ ਅਵਸਥਾ, ਠੀਕ ਹੈ ਜੀ। ਤੇ ਅਗਲੀ ਹੁੰਦੀ ਹੈ ਜੀ ਤੁਹਾਡੀ ਕੰਪੈਰੀਟਿਵ ਡਿਗਰੀ, ਜਿਹਨੂੰ ਤੁਸੀਂ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ, ਇਹਨੂੰ ਕਹਿ ਦਿੰਦੇ ਆ ਜੀ ਅਧਿਕਤਰ ਅਵਸਥਾ। ਸੁਪਰਲੇਟਿਵ ਡਿਗਰੀ ਨੂੰ ਕਹਿ ਦਿੰਦੇ ਆ ਜੀ ਅਧਿਕਤਮ ਅਵਸਥਾ, ਠੀਕ ਹੈ ਜੀ। ਅੰਗਰੇਜ਼ੀ ਦੇ ਵਿੱਚ ਮੈਂ ਤਾਂ ਬੋਲ ਰਿਹਾ ਕਿਉਂਕਿ ਬਹੁਤ ਸਾਰੇ ਮੇਰੇ ਬੱਚੇ ਜਿਹੜੇ ਹੈਗੇ ਆ ਉਹ ਜ਼ਿਆਦਾ ਅੰਗਰੇਜ਼ੀ ਬੋਲਦੇ ਆ, ਇਸ ਕਰਕੇ ਉਹਨਾਂ ਨੂੰ ਕਈ ਚੀਜ਼ਾਂ ਸਮਝ ਨਹੀਂ ਆਉਂਦੀਆਂ। ਤਾਂ ਉਹਨਾਂ ਨੂੰ ਸਮਝਾਉਣ ਵਾਸਤੇ ਮੈਂ ਨਾਲ ਉਹਨਾਂ ਦੇ ਹੈਲਪਿੰਗ ਵਰਬ ਲਿਖਤੇ ਆ ਭਾਈ, ਤੁਹਾਡੇ ਹੈਲਪਿੰਗ ਜਿਹੜੇ ਕਮੈਂਟ ਕਹਿ ਲਓ ਲਿਖਤੇ ਆ ਮੈਂ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਸਧਾਰਨ ਅਵਸਥਾ ਕੀ ਹੁੰਦੀ ਹੈ, ਠੀਕ ਹੈ। ਹਜੇ ਗੁਣਵਾਚਕ ਵਿਸ਼ੇਸ਼ਣ ਹੀ ਕਰ ਰਹੇ ਹਾਂ ਆਪਾਂ, ਪਹਿਲਾ ਭਾਗ ਕਰ ਰਹੇ ਹਾਂ। ਤਾਂ ਗੁਣਵਾਚਕ ਦੇ ਵਿੱਚ ਜਿਹੜੀ ਪੋਜ਼ਿਟਿਵ ਡਿਗਰੀ ਹੁੰਦੀ ਹੈ ਉਹ ਕੀ ਹੁੰਦੀ ਹੈ ਰਾਜੇ, ਕਹਿੰਦਾ ਜਦੋਂ ਕਿਸੇ ਨਾਮ ਜਾਂ ਪੜਨਾਮ ਦੇ ਵਿਸ਼ੇਸ਼ਣ ਦਾ ਗੁਣ ਔਗਣ ਸਧਾਰਨ ਰੂਪ ਵਿੱਚ ਹੀ ਦੱਸਿਆ ਜਾਵੇ, ਠੀਕ ਹੈ। ਨਾਮ ਹੀ ਕਲੀਅਰ ਹੈ ਸਧਾਰਨ। ਕਹਿੰਦਾ ਜਦੋਂ ਆਪਾਂ ਕਿਸੇ ਦੀ ਵਿਸ਼ੇਸ਼ਤਾ ਦੱਸ ਰਹੇ ਹੁੰਦੇ ਆ, ਚਾਹੇ ਉਹਦਾ ਗੁਣ ਦੱਸੀਏ ਚਾਹੇ ਔਗਣ ਦੱਸੀਏ, ਬਿਲਕੁਲ ਸਧਾਰਨ ਰੂਪ ਵਿੱਚ ਦੱਸੀਏ। ਕਹਿਣ ਦਾ ਮਤਲਬ ਕੀ ਹੈ ਕਿ ਕਿਸੇ ਦੂਜੇ ਨਾਮ ਜਾਂ ਪੜਨਾਮ ਦੇ ਨਾਲ ਉਹਦੀ ਤੁਲਨਾ ਨਹੀਂ ਕੀਤੀ ਜਾਂਦੀ। ਕਹਿਣ ਦਾ ਮਤਲਬ ਜਦੋਂ ਆਪਾਂ ਦੋ ਚੀਜ਼ਾਂ ਨੂੰ ਕੰਪੈਰੀਜ਼ਨ ਨਹੀਂ ਕਰ ਰਹੇ, ਠੀਕ ਹੈ, ਹਜੇ ਸਿਰਫ ਇਕੱਲੇ ਬਾਰੇ ਦੱਸ ਰਹੇ ਹਾਂ, ਤਾਂ ਉਹਨੂੰ ਕਹਿ ਦਾਂਗੇ ਆਪਾਂ ਪੋਜ਼ਿਟਿਵ ਡਿਗਰੀ ਕਹਿ ਦਾਂਗੇ, ਜਾਂ ਫਿਰ ਕਹਿ ਦਾਂਗੇ ਸਧਾਰਨ ਅਵਸਥਾ। ਜਿਵੇਂ ਆਪਾਂ ਕਹਿ ਦਾਂਗੇ ਇਹ ਲੜਕਾ ਚੁਸਤ ਹੈ, ਹੁਣ ਇਹਦਾ ਕਿਸੇ ਨਾਲ ਕੰਪੈਰੀਜ਼ਨ ਨਹੀਂ ਹੋ ਰਿਹਾ, ਆਪਾਂ ਉਸ ਲੜਕੇ ਬਾਰੇ ਦੱਸ ਰਹੇ ਹਾਂ ਵੀ ਉਹ ਲੜਕਾ ਚੁਸਤ ਹੈ। ਆਪਾਂ ਇਹ ਨਹੀਂ ਕਹਿ ਰਹੇ ਵੀ ਸਾਰੀ ਕਲਾਸ ਦੇ ਵਿੱਚੋਂ ਉਹੀ ਲੜਕਾ ਚੁਸਤ ਹੈ, ਫਿਰ ਤਾਂ ਉਹ ਸਧਾਰਨ ਅਵਸਥਾ ਨਹੀਂ ਰਹੂਗੀ, ਪੋਜ਼ਿਟਿਵ ਡਿਗਰੀ ਨਹੀਂ ਰਹੂਗੀ। ਕਹਿੰਦੇ ਜੀ ਇਹ ਪੁਸਤਕ ਵਧੀਆ ਹੈ, ਤਾਂ ਪੁਸਤਕ ਵਧੀਆ ਹੈ ਮਤਲਬ ਕਿ ਇਹ ਪੁਸਤਕ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਨਾ ਕਿ ਸਾਰੀਆਂ ਪੁਸਤਕਾਂ ਦੇ ਨਾਲ ਉਹਦਾ ਕੀ ਕਰ ਰਹੇ ਹਾਂ, ਕੰਪੈਰੀਜ਼ਨ ਕਰ ਰਹੇ ਹਾਂ। ਤਾਂ ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਊਗੀ ਸਧਾਰਨ ਅਵਸਥਾ ਕੀ ਹੁੰਦੀ ਹੈ। ਅਗਲੀ ਗੱਲ ਕਰਾਂ ਰਾਜੇ ਮੈਂ ਅਧਿਕਤਰ ਅਵਸਥਾ, ਜਿਹਨੂੰ ਤੁਸੀਂ ਕੰਪੈਰੀਟਿਵ ਡਿਗਰੀ ਕਹਿ ਦਿੰਦੇ ਆ। ਜਦੋਂ ਆਪਾਂ ਕਿਸੇ ਦੋ ਦੀ ਤੁਲਨਾ ਕਰਾਂਗੇ, ਠੀਕ ਹੈ, ਜਿਵੇਂ ਮੰਨ ਲਓ ਮੈਂ ਕਿਸੇ ਦੋ ਬੰਦਿਆਂ ਦੀ ਹਾਈਟ ਦੇਖਣੀ ਹੋਵੇ, ਕਿਹਦੀ ਹਾਈਟ ਵੱਡੀ ਆ, ਮੈਂ ਦੋਨਾਂ ਨੂੰ ਇਕੱਠੇ ਖੜਾ ਕਰ ਲੂੰਗਾ ਤਾਂ ਮੈਨੂੰ ਪਤਾ ਲੱਗ ਜੂਗਾ, ਮੈਂ ਦੋਵਾਂ ਦਾ ਕੀ ਕਰ ਲੂੰਗਾ, ਕੰਪੈਰੀਜ਼ਨ ਕਰ ਲੂੰਗਾ। ਕਹਿੰਦਾ ਜੀ ਜਦੋਂ ਕਿਸੇ ਗੁਣ ਜਾਂ ਔਗਣ ਵਿੱਚੋਂ ਦੋ ਵਿਸ਼ੇਸ਼ਾਂ ਦੀ ਇੱਕ ਦੂਜੇ ਨਾਲ ਤੁਲਨਾ ਕੀਤੀ ਜਾਵੇ ਜਾਂ ਇੱਕ ਨੂੰ ਦੂਜੇ ਨਾਲੋਂ ਵੱਧ ਕੇ ਦੱਸਿਆ ਜਾਵੇ ਤਾਂ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਰ ਅਵਸਥਾ ਹੁੰਦੀ ਹੈ। ਕਹਿਣ ਦਾ ਮਤਲਬ ਦੋਵਾਂ ਦਾ ਕੰਪੈਰੀਜ਼ਨ ਕਰੀਏ, ਇੱਕ ਨੂੰ ਆਪਾਂ ਵਧੀਆ ਦੱਸੀਏ, ਵੱਧ ਕੇ ਦੱਸੀਏ, ਵੱਧ ਚੜ ਕੇ ਦੱਸੀਏ, ਦੂਜੇ ਨੂੰ ਘੱਟ ਦੱਸੀਏ, ਤਾਂ ਉਹਨੂੰ ਆਪਾਂ ਕੀ ਕਹਿ ਦਾਂਗੇ, ਕੰਪੈਰੀਟਿਵ ਡਿਗਰੀ ਜਾਂ ਅਧਿਕਤਰ ਅਵਸਥਾ। ਜਿਵੇਂ ਆਪਾਂ ਪਿੱਛੇ ਜੇ ਕੀਤਾ ਜੀ ਇਹ ਲੜਕਾ ਚੁਸਤ ਹੈ, ਹੁਣ ਆਪਾਂ ਕਹਿ ਦਾਂਗੇ ਇਹ ਲੜਕਾ ਉਸ ਨਾਲੋਂ ਚੁਸਤ ਹੈ। ਕਹਿਣ ਦਾ ਮਤਲਬ ਦੋ ਬੱਚੇ ਸੀਗੇ,
A ਤੇ B ਆਪਾਂ कहता ਜਿਹੜਾ A ਹੈਗਾ B ਨਾਲੋਂ ਕੀ ਹੈ ਚੁਸਤ ਹੈ ਜਾਂ ਕਹਿ ਦਾਂਗੇ A B ਨਾਲੋਂ ਬਹਾਦਰ ਹੈ A B ਨਾਲੋਂ ਲੰਬਾ ਹੈ ਜੋ ਮਰਜ਼ੀ ਕਹਿ ਲਓ ਕਹਿੰਦਾ ਜੀ ਇਹ ਪੁਸਤਕ ਉਸ ਨਾਲੋਂ ਵਧੀਆ ਹੈ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਅਰਿਆਂਤ ਦੀ ਬੁੱਕ ਹੈ ਇੱਕ ਫਲਾਨੀ ਬੁੱਕ ਹੈ ਹੁਣ ਆਪਾਂ ਕਹਿ ਦਾਂਗੇ ਵੀ ਅਰਿਆਂਤ ਦੀ ਬੁੱਕ ਯਾਰ ਉਸ ਬੁੱਕ ਨਾਲੋਂ ਜ਼ਿਆਦਾ ਵਧੀਆ ਹੈ ਤਾਂ ਕਹਿਣ ਦਾ ਮਤਲਬ ਆਪਾਂ ਦੋ ਚੀਜ਼ਾਂ ਦਾ ਕੀ ਕਰ ਰਹੇ ਹਾਂ ਰਾਜੇ ਕੰਪੈਰੀਜ਼ਨ ਕਰ ਰਹੇ ਹਾਂ ਤੁਹਾਨੂੰ ਕਹਿ ਦਾਂਗੇ ਅਧਿਕਤਰ ਅਵਸਥਾ ਤਾਂ ਕਹਿੰਦਾ ਜੀ ਇਹਦੀ ਜਿਹੜੀ ਨੋਟ ਕਰਨ ਵਾਲੀ ਗੱਲ ਕੀ ਹੈ ਇਹ ਜਿਹੜੇ ਸ਼ਬਦ ਆਉਂਦੇ ਆ ਤੋਂ ਨਾਲੋਂ ਇਹਦੇ ਨਾਲ ਜ਼ਰੂਰ ਆਉਂਦੇ ਆ ਕਿਉਂਕਿ ਦੋ ਚੀਜ਼ਾਂ ਦਾ ਅਗਰ ਆਪਾਂ ਕੰਪੈਰੀਜ਼ਨ ਕਰਾਂਗੇ ਜੇ ਆਪਾਂ ਕਹਿ ਦਈਏ ਆਰਾਮ ਹੈ ਆਸ਼ਾਮ ਹੈ ਦੇਸੀ ਢੰਗ ਜੋ ਆਪਾਂ ਨੂੰ ਮਾਸਟਰਾਂ ਨੇ ਪੜਾਇਆ ਰਾਮ ਸ਼ਾਮ ਨਾਲੋਂ ਸੋਹਣਾ ਹੈ ਠੀਕ ਹੈ ਜੀ ਰਾਮ ਸ਼ਾਮ ਨਾਲੋਂ ਲੰਬਾ ਹੈ ਤਾਂ ਤੋਂ ਕਹਿ ਲਓ ਨਾਲੋਂ ਸ਼ਬਦ ਕਹਿ ਲਓ ਇਹ ਕੀ ਬਣ ਜਾਣਗੇ ਨਾਲ ਆ ਕੇ ਕੰਪੈਰੀਜ਼ਨ ਕਰਨਗੇ ਤੇ ਇਹ ਕਰਨਗੇ ਕੰਪੈਰੀਟਿਵ ਡਿਗਰੀ ਬਣਾਉਣਗੇ ਲਾਸਟ ਵਨ ਆ ਗਈ ਜੀ ਤੁਹਾਡੀ ਸੁਪਰਲੇਟਿਵ ਡਿਗਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਅਧਿਕਤਮ ਅਵਸਥਾ ਇੱਥੇ ਹੁਣ ਗੱਲ ਕੀ ਹੋ ਰਹੀ ਹੈ ਜਦੋਂ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਦਾ ਆਪਾਂ ਕੀ ਕਰਾਂਗੇ ਤੁਲਨਾ ਕਰਾਂਗੇ ਹਨਾ ਜਿਵੇਂ ਹੁਣ ਮੈਂ ਪੂਰੀ ਕਲਾਸ ਦੀ ਗੱਲ ਕਰ ਲਵਾਂ ਠੀਕ ਹੈ ਜੀ ਪੂਰੀ ਕਲਾਸ ਦੇ ਵਿੱਚੋਂ ਫਲਾਨਾ ਬੱਚਾ ਸੋਹਣਾ ਹੈ ਤਾਂ ਉੱਥੇ ਕੀ ਹੈ ਦੋ ਨਹੀਂ ਹੈਗੇ ਦੋ ਤੋਂ ਵੱਧ ਆ ਗਏ ਠੀਕ ਹੈ ਤਾਂ ਕਹਿੰਦਾ ਜੀ ਜਦੋਂ ਆਪਾਂ ਦੋ ਜਾਂ ਦੋ ਤੋਂ ਵੱਧ ਵਿਸ਼ੇਸ਼ਾਂ ਦੀ ਆਪਸ ਵਿੱਚ ਤੁਲਨਾ ਕਰਾਂਗੇ ਤੇ ਇੱਕ ਨੂੰ ਸਭ ਤੋਂ ਚੰਗਾ ਜਾਂ ਮਾੜਾ ਦੱਸਾਂਗੇ ਤਾਂ ਉਹ ਕੀ ਬਣ ਜੂਗੀ ਉਹਦੀ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਮ ਅਵਸਥਾ ਹੋ ਜੂਗੀ ਜਿਵੇਂ ਇਹ ਲੜਕਾ ਸਭ ਤੋਂ ਚੁਸਤ ਹੈ ਇਹ ਲੜਕਾ ਸਾਰੀ ਕਲਾਸ ਤੋਂ ਸੁੰਦਰ ਹੈ ਇਹ ਲੜਕਾ ਸਾਰੀ ਕਲਾਸ ਤੋਂ ਲੰਬਾ ਹੈ ਠੀਕ ਹੈ ਜੀ ਇਹ ਲੜਕਾ ਸਾਰੀ ਕਲਾਸ ਤੋਂ ਕੀ ਹੈ ਸ਼ਰਾਰਤੀ ਹੈ ਇਹ ਪੁਸਤਕ ਸਭ ਤੋਂ ਵਧੀਆ ਹੈ ਤਾਂ ਕਹਿਣ ਦਾ ਮਤਲਬ ਲਾਇਬ੍ਰੇਰੀ ਦੇ ਵਿੱਚ ਸਾਰੀਆਂ ਪੁਸਤਕਾਂ ਪਈਆਂ ਨੇ ਤਾਂ ਇੱਥੇ ਹੁਣ ਇੱਕ ਨਹੀਂ ਹੈਗੀਆਂ ਮਲਟੀਪਲ ਚੀਜ਼ਾਂ ਆ ਗਈਆਂ ਤਾਂ ਆਈ ਹੋਪ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ ਰਾਜੇ ਗੁਣਵਾਚਕ ਵਿਸ਼ੇਸ਼ਣ ਕਰਵਾਇਆ ਨਾਲ ਉਹਦੇ ਕੀ ਕਰਾਈਆਂ ਨੇ 3 ਡਿਗਰੀਜ਼ ਕਰਾਈਆਂ ਨੇ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆ ਅਵਸਥਾ ਤਾਂ ਆਪਦੀ ਅਵਸਥਾ ਹਮੇਸ਼ਾ ਉੱਚੀ ਰੱਖਣੀ ਆ ਭਾਈ ਚਲੋ ਜੀ ਨੈਕਸਟ ਗੱਲ ਕਰਦੇ ਆ ਆਪਾਂ ਸੈਕੰਡ ਆ ਗਿਆ ਜੀ ਤੁਹਾਡਾ ਸੰਖਿਆਵਾਚਕ ਜਾਂ ਫਿਰ ਗਿਣਤੀ ਵਾਚਕ ਵੀ ਕਹਿ ਦਿੰਦੇ ਇਹਨੂੰ ਠੀਕ ਹੈ ਸੰਖਿਆਵਾਚਕ ਨਾਮ ਤੋਂ ਕਲੀਅਰ ਹੈ ਜਿਹਨੂੰ ਕਹਿ ਦਿੰਦੇ ਆ ਨਿਊਮਰਲ ਠੀਕ ਹੈ ਜੀ ਨਿਊਮਰਲ ਦਾ ਮਤਲਬ ਕੀ ਹੁੰਦਾ ਨੂਮੈਰੀਕਲ ਜਿਹਨੂੰ ਆਪਾਂ ਕਹਿ ਦਿੰਦੇ ਆ ਤਾਂ ਕਹਿੰਦਾ ਜੀ ਜਿਹੜੇ ਸ਼ਬਦਾਂ ਤੋਂ ਨਾਮ ਜਾਂ ਪੜਨਾਮ ਦੀ ਸੰਖਿਆ ਰਾਜੇ ਸੰਖਿਆ ਪੰਜਾਬੀ ਚ ਮਤਲਬ ਹੁੰਦਾ ਜਿਹਨੂੰ ਪੰਜਾਬੀ ਚ ਗਿਣਤੀ ਤਾਂ ਨਹੀਂ ਕਹਿੰਦੇ ਗਿਣਤੀ ਜਿਹੜਾ ਸ਼ਬਦ ਹੈਗਾ ਹਿੰਦੀ ਦਾ ਗਿਣਤੀ ਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਸੰਖਿਆ ਜਿਵੇਂ ਮੈਂ ਕਹਿ ਦਵਾਂ 10 ਕਿਤਾਬਾਂ ਤਾਂ ਇਹ ਕੀ ਹੋ ਗਈ ਗਿਣਤੀ ਹੋ ਗਈ ਭਾਰ ਹੋ ਗਿਆ ਗਿਣਤੀ ਦਾ ਗਿਆਨ ਹੋਵੇ ਉਹਨੂੰ ਕੀ ਕਹਿ ਦਾਂਗੇ ਆਪਾਂ ਸੰਖਿਆਵਾਚਕ ਵਿਸ਼ੇਸ਼ਣ ਕਹਿ ਦਾਂਗੇ ਜਿਵੇਂ ਆਪਾਂ ਕਹਿ ਦਿੰਦੇ ਆ ਸੀਤਾ ਕੋਲੇ 7 ਕਿਤਾਬਾਂ ਹਨ ਤਾਂ 7 ਕੀ ਹੋ ਗਿਆ ਰਾਜੇ ਮੇਰੇ ਕੋਲੇ ਸੰਖਿਆਵਾਚਕ ਵਿਸ਼ੇਸ਼ਣ ਹੋ ਗਿਆ ਮੈਂ 7ਵੇਂ ਨੰਬਰ ਤੇ ਹਾਂ ਠੀਕ ਹੈ ਮੈਂ ਕਲਾਸ ਦੇ ਵਿੱਚ ਕਹਿ ਲਓ 7ਵੇਂ ਨੰਬਰ ਤੇ ਆਉਣਾ ਠੀਕ ਹੈ ਇਸ ਕਮੀਜ਼ ਦਾ ਮੁੱਲ 50 ਰੁਪਏ ਹੈ ਤਾਂ ਜੇ 7 ਹੋ ਗਿਆ 7ਵਾਂ ਹੋ ਗਿਆ 50 ਹੋ ਗਿਆ ਕੀ ਬਣ ਗਏ ਤੁਹਾਡੇ ਸੰਖਿਆਵਾਚਕ ਵਿਸ਼ੇਸ਼ਣ ਬਣ ਗਏ ਹੁਣ ਇਹ ਸੰਖਿਆਵਾਚਕ ਜਿਹੜਾ ਵਿਸ਼ੇਸ਼ਣ ਹੁੰਦਾ ਰਾਜੇ ਨੂੰ ਆਪਾਂ ਫਰਦਰ ਅੱਗੇ ਪੜਨ ਦੀ ਕੋਸ਼ਿਸ਼ ਕਰਦੇ ਹਾਂ ਉਹਦਾ ਕਾਰਨ ਕੀ ਹੈ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ ਇਹਦੇ ਵਿੱਚ ਵੀ ਅੱਗੇ ਟਾਈਪਸ ਹੁੰਦੀਆਂ ਨੇ ਜਿਵੇਂ ਮੈਂ ਕਹਿ ਦਵਾਂ ਮੇਰੇ ਕੋਲੇ 5 ਪੁਸਤਕਾਂ ਹਨ ਇੱਥੇ 5 ਕੀ ਹੈ ਰਾਜੇ ਮੇਰਾ ਸੰਖਿਆਵਾਚਕ ਕਹਿੰਦਾ ਜੀ ਮੋਹਨ ਆਪਣੀ ਜਮਾਤ ਦੇ ਵਿੱਚ 5ਵੇਂ ਨੰਬਰ ਤੇ ਹੈ ਹੁਸ਼ਿਆਰ ਹੈ ਮਤਲਬ 5ਵੇਂ ਨੰਬਰ ਤੇ ਕਹਿੰਦਾ ਜੀ 5 ਦੇ 5 ਲੜਕੇ ਪਾਸ ਹੋਏ ਹੈ ਸਾਰੇ ਇਹ ਸੰਖਿਆਵਾਚਕ ਲੇਕਿਨ ਹਰੇਕ ਦੇ ਵਿੱਚ ਵੱਖਰਾ ਵੱਖਰਾ ਕੀ ਹੋਇਆ ਯੂਜ਼ ਹੋਇਆ ਠੀਕ ਹੈ 5 ਦੇ 5 ਮਤਲਬ ਕਿ ਟੋਟਲ ਦੇ ਟੋਟਲ ਮੈਂ ਅੱਧਾ ਕਿਲੋ ਦੁੱਧ ਪੀਤਾ ਤਾਂ ਆਪਾਂ ਕੀ ਕਰ ਰਹੇ ਹਾਂ ਇੱਥੇ ਤੋਲ ਰਹੇ ਹਾਂ ਮਿਣ ਰਹੇ ਹਾਂ ਇਹਨੂੰ ਠੀਕ ਹੈ ਜੇ ਮੈਂ ਕਹਿ ਦਵਾਂ ਮੈਂ ਅੱਧਾ ਲੀਟਰ ਤੇਲ ਪਵਾਇਆ ਬੈਂਕਾਂ ਵਿੱਚ ਬੈਂਚਾਂ ਵਿੱਚ ਦੋ ਕਰਕੇ ਬੈਠ ਜਾਓ ਠੀਕ ਹੈ ਬੱਸ ਵਿੱਚ ਦੋ ਕਰਕੇ ਚੜ ਜਾਓ ਬਹੁਤੇ ਲੜਕੇ ਪੜਨ ਲੱਗ ਪਏ ਹਨ ਹੁਣ ਇੱਥੇ ਕੀ ਹੈ ਬਹੁਤੇ ਦਾ ਮਤਲਬ ਕੀ ਹੈ ਨਾ ਤਾਂ ਆਪਾਂ ਨੂੰ ਪਤਾ 2 ਹੈ ਜਾਂ ਨਾ ਪਤਾ 10 ਹੈ ਨਾ ਪਤਾ 100 ਹੈ ਠੀਕ ਹੈ ਤਾਂ ਕੁਝ ਇਦਾਂ ਦੇ ਵਰਡ ਵੀ ਆਪਣੇ ਕੋਲੇ ਆਉਂਦੇ ਆ ਤਾਂ ਚਲੋ ਇਹਨੂੰ ਆਪਾਂ ਥੋੜਾ ਜਿਹਾ ਕੀ ਕਰ ਲੈਣੇ ਆ ਪੜ ਲੈਣੇ ਆ ਤਾਂ ਰਾਜੇ ਆਪਣੇ ਕੋਲੇ 6 ਤਰ੍ਹਾਂ ਦੇ ਮੰਨੇ ਜਾਂਦੇ ਆ ਹੁਣ ਦੇਖੋ ਅੱਗੇ ਫਰਦਰ ਇਹਦੀਆਂ ਟਾਈਪ ਆ ਗਈਆਂ ਕਿਹਦੀਆਂ ਸੰਖਿਆਵਾਚਕ ਦੀਆਂ ਸੰਖਿਅਕ ਵਿਸ਼ੇਸ਼ਣ ਦੀਆਂ ਕੀ ਆ ਗਈਆਂ ਆਪਣੇ ਕੋਲੇ 6 ਟਾਈਪ ਆ ਗਈਆਂ ਪਹਿਲੀ ਹੁੰਦੀ ਹੈ ਸਧਾਰਨ ਜਿਹਨੂੰ ਤੁਸੀਂ ਕਹਿ ਦਿੰਦੇ ਆ ਕਾਰਡੀਨਲ ਠੀਕ ਹੈ ਜੀ ਸਧਾਰਨ ਦੇ ਵਿੱਚ ਕੀ ਆ ਕਹਿੰਦਾ ਉਹ ਵਿਸ਼ੇਸ਼ਣ ਜੋ ਕਹਿੰਦਾ ਆਪਣੇ ਨਾਮ ਜਾਂ ਪੜਨਾਮ ਦੀ ਪੂਰੀ ਗਿਣਤੀ ਦੱਸੇ ਠੀਕ ਹੈ ਪੂਰੀ ਦੀ ਪੂਰੀ ਗਿਣਤੀ ਦੱਸੂਗਾ ਲਾਈਕ ਜਿਵੇਂ ਪਹਿਲਾ ਵਰਡ ਆ ਗਿਆ ਆਪਣਾ ਮੇਰੇ ਕੋਲੇ 5 ਪੁਸਤਕਾਂ ਨੇ ਤਾਂ ਇੱਥੋਂ ਆਪਾਂ ਨੂੰ ਪੂਰਨ ਗਿਆਨ ਹੋ ਰਿਹਾ ਵੀ ਮੇਰੇ ਕੋਲੇ 5 ਪੁਸਤਕਾਂ ਨੇ ਮਤਲਬ ਕਿੰਨੀਆਂ ਨੇ ਟੋਟਲ 5 ਨੇ ਤਾਂ ਪੂਰਨ ਗਿਆਨ ਹੋ ਰਿਹਾ ਤੈਨੂੰ ਕਹਿ ਦਾਂਗੇ ਆਪਾਂ ਸਧਾਰਨ ਸੰਖਿਆਵਾਚਕ ਵਿਸ਼ੇਸ਼ਣ ਕਹਿ ਦਾਂਗੇ ਅਗਲਾ ਆ ਗਿਆ ਕਰਮਵਾਚੀ ਜਿਹਨੂੰ ਆਰਡੀਨਲ ਕਹਿ ਦਿੰਦੇ ਆਪਾਂ ਕਹਿੰਦਾ ਜੀ ਇਹ ਕਹਿੰਦਾ ਜਿਹੜਾ ਵਿਸ਼ੇਸ਼ਣ ਆਪਣੇ ਨਾਮ ਜਾਂ ਪੜਨਾਮ ਦਾ ਦਰਜਾ ਜਾਂ ਨੰਬਰ ਦੱਸੇ ਜਾਂ ਆਰਡਰ ਕਹਿ ਸਕਦੇ ਆਪਾਂ ਜਿਵੇਂ ਆਪਾਂ ਹੁਣ ਲਾਈਨ ਦੇ ਵਿੱਚ ਖੜੇ ਆ ਮੰਨ ਲਓ 3-4 ਬੰਦੇ ਖੜੇ ਆ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਤਾਂ ਆਪਾਂ ਤੀਜੇ ਨੰਬਰ ਤੇ ਖੜੇ ਆ ਮੈਂ ਕਹਿ ਦਵਾਂ ਮੈਂ ਕਤਾਰ ਵਿੱਚੋਂ ਤੀਜੇ ਨੰਬਰ ਤੇ ਹਾਂ ਤਾਂ ਕੀ ਦੱਸ ਰਿਹਾ ਆਪਣਾ ਦਰਜਾ ਦੱਸ ਰਿਹਾ ਇਹਨੂੰ ਕਹਿ ਦਾਂਗੇ ਕਰਮਵਾਚੀ ਜਿਵੇਂ ਇਹਦੇ ਵਿੱਚ ਲਿਖਿਆ ਕਹਿੰਦਾ ਮੋਹਨ ਆਪਣੀ ਜਮਾਤ ਵਿੱਚ 5ਵੇਂ ਨੰਬਰ ਤੇ ਹੈ ਤਾਂ ਜਿਹੜਾ 5ਵਾਂ ਨੰਬਰ ਹੈ ਰਾਜੇ ਦਾ ਮਤਲਬ ਕੀ ਆ ਕਿ ਉਹ ਅੱਗੋਂ 5ਵੇਂ ਨੰਬਰ ਤੇ ਆਉਂਦਾ ਠੀਕ ਹੈ ਜੀ ਅੱਗੇ ਹੈਗਾ ਜੀ ਸਮੁੱਚਤਾ ਬੋਧਕ ਦੇ ਵਿੱਚ ਕੀ ਹੁੰਦਾ ਕਹਿੰਦਾ ਜੀ ਜਿਹੜਾ ਆਪਣੇ ਵਿਸ਼ੇਸ਼ ਦੀ ਸਾਰੀ ਗਿਣਤੀ ਦੱਸੇ ਠੀਕ ਹੈ ਜੀ ਸਾਰੀ ਦੀ ਸਾਰੀ ਗਿਣਤੀ ਜਿਵੇਂ ਹੁਣ ਮੰਨ ਲਓ ਜਿਵੇਂ ਕਹਤਾ 5 ਦੇ 5 ਲੜਕੇ ਪਾਸ ਹੋਏ ਜਾਂ ਕਹਦਾ ਮੈਂ ਸਾਰੇ ਦੇ ਸਾਰੇ ਸਬਜੈਕਟਾਂ ਵਿੱਚੋਂ ਪਾਸ ਹੋ ਗਿਆ ਜਾਂ ਮੈਂ ਕਹਦਾ ਮੈਂ ਸਾਰੇ ਦੇ ਸਾਰੇ ਪੇਪਰ ਕਲੀਅਰ ਕਰ ਲਏ ਤਾਂ ਉਹ ਕੀ ਬਣ ਜਾਣਗੇ ਤੁਹਾਡੇ ਸਮੁੱਚਤਾ ਬੋਧਕ ਸੰਖਿਆਵਾਚਕ ਵਿਸ਼ੇਸ਼ਣ ਬਣ ਜਾਣਗੇ 3 ਕਲੀਅਰ ਹੋ ਗਏ ਹੁਣ ਨੈਕਸਟ ਅਗਲੇ 3 ਪੜ੍ਹਦੇ ਆਪਾਂ
ਅਗਲਾ ਹੁੰਦਾ ਜੀ ਕਸਰੀ, ਕਸਰੀ ਸੰਖਿਆਵਾਚਕ ਵਿਸ਼ੇਸ਼ਣ। ਕਹਿੰਦਾ ਜੀ ਉਹ ਵਿਸ਼ੇਸ਼ਣ ਜਿਹੜਾ ਆਪਣੇ ਵਿਸ਼ੇਸ਼ ਦੇ ਹਿੱਸੇ ਬਾਰੇ ਦੱਸੇ, ਸਿਰਫ ਆਪਣੇ ਵਿਸ਼ੇਸ਼ ਦੇ ਹਿੱਸੇ ਬਾਰੇ ਦੱਸੇ। ਜਿਵੇਂ ਕਹਿੰਦਾ ਜੀ ਮੈਂ ਅੱਧਾ ਕਿਲੋ ਦੁੱਧ ਪੀਤਾ, ਮੈਂ 2 ਲੀਟਰ ਤੇਲ ਪਵਾਇਆ, ਠੀਕ ਹੈ, ਮਤਲਬ ਕਿ ਆਪਦੇ ਬਾਰੇ ਦੱਸ ਰਿਹਾ ਹਨਾ, ਮੈਂ ਆਪਦੀ ਗੱਲ ਹੋ ਰਹੀ ਹੈ ਇੱਥੇ। ਅਗਲੇ ਵਿੱਚ ਕਹਿੰਦਾ ਜੀ ਨਖੇੜਵਾਚੀ, ਜਿਹਨੂੰ ਆਪਾਂ ਡਿਸਟ੍ਰੀਬਿਊਟਿਵ ਕਹਿ ਦਿੰਦੇ ਆ। ਕਹਿੰਦਾ ਜੀ ਉਹ ਵਿਸ਼ੇਸ਼ਣ ਜੋ ਬਹੁਤਿਆਂ ਵਿਸ਼ੇਸ਼ਾਂ ਵਿੱਚੋਂ ਕੁਝ ਨੂੰ ਨਖੇੜ ਕੇ ਦੱਸੇ। ਨਖੇੜਨ ਦਾ ਮਤਲਬ ਹੁੰਦਾ ਅਲੱਗ ਕਰਕੇ ਦੱਸੇ। ਹੁਣ ਜਿਵੇਂ ਕਹਿੰਦਾ ਜੀ, ਹੁਣ ਮੰਨ ਲਓ ਕਲਾਸ ਦੇ 10 ਬੱਚੇ ਖੜੇ ਆ, 10 ਜਾਂ 20 ਬੱਚੇ ਖੜੇ ਆ, ਉਹਨੇ ਕਹਿਤਾ ਕਹਿੰਦਾ ਬੈਂਚਾਂ ਵਿੱਚ 2-2 ਕਰਕੇ ਬੈਠਦੇ ਜਾਓ। ਮਤਲਬ ਇੱਕ ਬੈਂਚ ਹੈ, ਉਹਦੇ ਤੇ 2 ਜਣੇ ਬੈਠ ਜਾਓ, ਅਗਲੇ ਬੈਂਚ ਤੇ ਵੀ 2 ਜਣੇ ਬੈਠ ਜਾਓ। ਇਹਨਾਂ ਨੇ ਕੀ ਕੀਤਾ, ਜਿਹੜਾ ਗਰੁੱਪ ਸੀਗਾ ਇਹਨੂੰ ਕੀ ਕਰਤਾ, ਅਲੱਗ-ਅਲੱਗ ਕਰਤਾ, ਨਖੇੜਤਾ। ਉਹਨੂੰ ਕਹਿ ਦਾਂਗੇ ਨਖੇੜਵਾਚੀ ਸੰਖਿਆਵਾਚਕ ਵਿਸ਼ੇਸ਼ਣ। ਅਗਲਾ ਲਾਸਟ ਹੈਗਾ ਜੀ ਇਨਡੈਫੀਨੇਟ, ਜਿਹਨੂੰ ਆਪਾਂ ਕਹਿ ਦਿੰਦੇ ਆ ਅਨਿਸ਼ਚਿਤ। ਅਨਿਸ਼ਚਿਤ ਦਾ ਮਤਲਬ ਕੀ ਹੁੰਦਾ ਹੈ ਕਿ ਜਿਹਦੇ ਬਾਰੇ ਪੂਰੀ ਜਾਣਕਾਰੀ ਨਾ ਹੋਵੇ। ਕਹਿੰਦਾ ਜੀ ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਗਿਣਤੀ ਦਾ ਅੰਦਾਜ਼ਾ ਤਾਂ ਦੱਸੇ ਪਰ ਪੂਰੀ ਗਿਣਤੀ ਨਹੀਂ ਦੱਸਦਾ। ਜਿਵੇਂ ਉਹਨੇ ਕਹਿਤਾ ਬਹੁਤੇ ਲੜਕੇ ਪੜਨ ਲੱਗ ਪਏ ਹਨ, ਬਹੁਤੇ ਦੇ ਵਿੱਚ ਉਹਨੂੰ ਪਤਾ ਨਹੀਂ ਵੀ 2 ਆ ਕਿ 10 ਆ ਕਿ 15 ਕਿ 20 ਆ, ਪਰ ਬਹੁਤੇ ਮਤਲਬ ਕਿ ਜ਼ਿਆਦਾਤਰ ਕਲਾਸ ਦੇ ਵਿੱਚੋਂ ਲੜਕੇ ਪੜਨੇ ਸ਼ੁਰੂ ਹੋ ਗਏ। ਜਾਂ ਆਪਾਂ ਕਹਿ ਦਈਏ ਬਹੁਤੇ ਬੱਚੇ ਆਪਣੀ ਪੰਜਾਬੀ ਗ੍ਰਾਮਰ ਦੀ ਵੀਡੀਓ ਦੇਖਣੀ ਸ਼ੁਰੂ ਕਰ ਚੁੱਕੇ ਨੇ। ਤਾਂ ਬਹੁਤਿਆਂ ਦੇ ਵਿੱਚ ਇਹ ਨਹੀਂ ਪਤਾ ਵੀ 5000 ਬੰਦਾ ਵੇਖਦਾ, 2000 ਵੇਖਦਾ, 1000 ਵੇਖਦਾ, ਇਹ ਨਹੀਂ ਪਤਾ। ਤੈਨੂੰ ਕਹਿ ਦਾਂਗੇ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ। ਤਾਂ ਇਹ ਸੀਗਾ ਜੀ ਤੁਹਾਡਾ ਸੈਕੰਡ ਨੰਬਰ ਰਾਜੇ। ਡਿਟੇਲ 'ਚ ਮੈਂ ਤਾਂ ਹੀ ਪੜ੍ਹਾ ਰਿਹਾ, ਪੇਪਰ ਆਪਾਂ ਸਾਰੇ ਦੇਣੇ ਆ, ਅੱਗੇ ਜਾ ਕੇ ਆਪਾਂ ਪੀਪੀਐਸਸੀ ਦਾ ਪੇਪਰ ਵੀ ਦੇਣੇ ਆ, PSS ਦੇ ਵੀ ਦੇਣੇ ਆ, ਪਟਵਾਰੀ ਵੀ ਅੱਗੇ ਆਉਣਗੇ 800 ਪੋਸਟਾਂ। ਤਾਂ ਇਸ ਕਰਕੇ ਤਿਆਰੀ ਆਪਦੀ 101% ਕਰਕੇ ਜਾਓ। ਹੁਣ ਇਹ ਨਾ ਸੋਚਿਓ ਵੀ ਇਹ ਸਿਲੇਬਸ ਦੇ ਵਿੱਚ ਨਹੀਂ ਹੈਗਾ, ਅਸੀਂ ਕਿਉਂ ਪੜ੍ਹਨਾ ਹੈ। ਬਾਕੀ ਇਹ ਫਾਰਮੂਲਾ ਹੈਗਾ, ਤੁਸੀਂ ਜੇ ਇਹਨਾਂ ਵਿੱਚੋਂ ਤੁਹਾਨੂੰ ਕਈ ਵਾਰੀ ਇਹ ਲੱਗਦਾ ਵੀ ਸਾਨੂੰ ਨਹੀਂ ਸਮਝ ਆਉਂਦੀ, ਜਿਹੜੇ 6 ਮੈਂ ਹੁਣ ਕਰਵਾਏ ਆ, ਸੁਧਾਰਨ ਦੇ ਵਿੱਚ ਕੀ ਆ ਜਾਊਗਾ ਰਾਜੇ, ਜਿਵੇਂ 10 15 ਪੂਰੀ ਗਿਣਤੀ ਦੱਸੂਗਾ, ਕਰਮਵਾਚੀ ਦੇ ਵਿੱਚ ਦਰਜਾ ਦੱਸੂਗਾ, ਪਹਿਲਾ, ਦੂਜਾ, ਤੀਜਾ, ਚੌਥਾ, ਠੀਕ ਹੈ ਜੀ। ਸਮੁੱਚਤਾ ਬੋਧਕ ਦੇ ਵਿੱਚ ਦੱਸੂਗਾ ਦੋਵੇਂ, ਚਾਰੇ, ਪੰਜੇ, ਹਨਾ ਸਾਰੇ ਦੇ ਸਾਰੇ, ਠੀਕ ਹੈ। ਕਸਰੀ ਦੇ ਵਿੱਚ ਕੀ ਦੱਸੂਗਾ, ਅੱਧਾ, ਪੌਣਾ, 2.5, ਸਵਾ, ਠੀਕ ਹੈ, ਦੇਸੀ ਸ਼ਬਦ ਨੇ, ਅੱਧਾ ਲੀਟਰ, 2 ਲੀਟਰ, ਠੀਕ ਹੈ ਜੀ। ਨਖੇੜੀ ਦੇ ਵਿੱਚ ਦੱਸੂਗਾ 2-2 ਕਰਕੇ ਚਲੇ ਜਾਓ, 4-4 ਕਰਕੇ ਚਲੇ ਜਾਓ, 5-5 ਕਰਕੇ ਕਾਰ ਦੇ ਵਿੱਚ ਬੈਠ ਜਾਓ, ਠੀਕ ਹੈ ਜੀ। ਅਨਿਸ਼ਚਿਤ ਦੇ ਵਿੱਚ ਕਹੂਗਾ ਕੁਝ ਦਿਨ ਵਾਸਤੇ, ਕਈ ਦਿਨ ਹੋ ਗਏ ਸਕੂਲ ਨਹੀਂ ਆਇਆ, ਕਿੰਨਾ ਟਾਈਮ ਹੋ ਗਿਆ, ਹੁਣ ਕਿੰਨਾ ਟਾਈਮ ਮਤਲਬ ਕਿ ਕਿੰਨਾ ਟਾਈਮ ਹੋ ਗਿਆ ਉਹ ਸਕੂਲ ਨਹੀਂ ਆ ਰਿਹਾ। ਹੁਣ ਇਹ ਨਹੀਂ ਪਤਾ ਵੀ ਕਿੰਨਾ ਟਾਈਮ ਦਾ ਮਤਲਬ ਕੀ ਹੈ, ਕਿੰਨੇ ਦਿਨਾਂ ਤੋਂ ਨਹੀਂ ਆ ਰਿਹਾ, ਇਹ ਨਹੀਂ ਪਤਾ ਹੁਣ ਕਿੰਨੇ ਦਿਨਾਂ ਤੋਂ ਨਹੀਂ ਆ ਰਿਹਾ, ਐਗਜ਼ੈਕਟਲੀ ਨਹੀਂ ਪਤਾ ਹੈਗਾ। ਤਾਂ ਇਹ ਸੀਗੇ ਤੁਹਾਡੇ ਜੀ ਸਾਰੇ ਸੰਖਿਆਵਾਚਕ ਵਿਸ਼ੇਸ਼ਣ ਸੀਗੇ, ਇਹਨਾਂ ਨੂੰ ਡਿਟੇਲ 'ਚ ਜ਼ਰੂਰ ਪੜ੍ਹਿਓ। ਅਗਲਾ ਗੱਲ ਕਰਦੇ ਆ ਜੀ ਥਰਡ ਆਪਣਾ, ਜਿਹਨੂੰ ਆਪਾਂ ਕਹਿ ਦਿੰਦੇ ਆ ਐਡਜੈਕਟਿਵ ਆਫ ਕੁਆਂਟੀਟੀ, ਜਿਹਨੂੰ ਕਹਿ ਦਿੰਦੇ ਆ ਪਰਿਮਾਣਵਾਚਕ। ਪਰਿਮਾਣ ਦਾ ਮਤਲਬ ਹੁੰਦਾ ਜੇ ਕੋਈ ਚੀਜ਼ ਨੂੰ ਆਪਾਂ ਮਿਣਤੀ ਕਰਦੇ ਆ ਜਾਂ ਮਾਪਦੇ ਆ, ਤੋਲਦੇ ਆ। ਜਿਵੇਂ ਆਪਾਂ ਕਹਿ ਦਿੰਦੇ ਆ ਕਿ ਅਸੀਂ 2 ਤੋਲੇ ਸੋਨਾ ਲਿਆ, ਠੀਕ ਹੈ, ਜਾਂ ਆਪਾਂ ਕਹਿ ਦਿੰਦੇ ਮੈਂ 2 ਲੀਟਰ, ਠੀਕ ਹੈ, ਕਹਿ ਸਕਦੇ ਆ ਆਪਾਂ ਥੋੜਾ ਕੰਮ ਬਾਕੀ ਹੈ। ਚਲੋ ਇਹ ਆਪਾਂ ਪੜ੍ਹਦੇ ਆ। ਕਹਿੰਦਾ ਜੀ ਜਿਹੜੇ ਸ਼ਬਦਾਂ ਤੋਂ ਨਾਮ ਜਾਂ ਪੜਨਾਮ ਦੀ ਗਿਣਤੀ ਦਾ ਪਿੱਛੇ ਕਰਿਆ, ਆਪਾਂ ਮਿਣਤੀ ਦੀ ਗੱਲ ਕਰਦੇ ਆ, ਮਿਣਤੀ, ਮਾਪ ਜਾਂ ਤੋਲ ਦਾ ਗਿਆਨ ਹੋਵੇ, ਉਸ ਨੂੰ ਕੀ ਕਵਾਂਗੇ ਆਪਾਂ, ਪਰਿਮਾਣਵਾਚਕ ਕਵਾਂਗੇ। ਜਿਵੇਂ ਦੀਨਾਨਾਥ ਕੋਲੇ ਬਹੁਤ ਧਨ ਹੈ, ਰਾਮ ਦਾ ਥੋੜਾ ਕੰਮ ਬਾਕੀ ਹੈ, ਅਸੀਂ ਕਾਫੀ ਕੰਮ ਮੁਕਾ ਲਿਆ। ਇਹਦੇ ਵਿੱਚ ਹੁਣ ਬਹੁਤ, ਥੋੜਾ, ਕਾਫੀ ਕੀ ਆ, ਪਰਿਮਾਣਵਾਚਕ ਹੈ। ਗਿਣਤੀਵਾਚਕ ਦੇ ਵਿੱਚ ਤਾਂ ਪੂਰਾ ਪਤਾ ਲੱਗ ਜੂਗਾ ਵੀ ਅਸੀਂ 5 ਕਿਤਾਬਾਂ ਲਈਆਂ, ਅਸੀਂ 5 ਜਾਣੇ ਸ਼ਹਿਰ ਗਏ, ਪਰ ਇਹਦੇ ਵਿੱਚ ਕੀ ਆ, ਮਿਣਤੀ ਦੀ ਗੱਲ ਹੋ ਰਹੀ ਹੈ, ਮਾਪ ਦੀ ਗੱਲ ਹੋ ਰਹੀ ਹੈ, ਤੋਲ ਦੀ ਗੱਲ ਹੋ ਰਹੀ ਹੈ, ਠੀਕ ਹੈ ਜੀ। ਇਹਨੂੰ ਕਹਿ ਦਾਂਗੇ ਆਪਾਂ ਪਰਿਮਾਣਵਾਚਕ। ਹੁਣ ਪਰਿਮਾਣਵਾਚਕ ਵੀ ਰਾਜੇ ਜਿਹੜੇ ਹੁੰਦੇ 2 ਤਰ੍ਹਾਂ ਦੇ ਹੁੰਦੇ ਆ। ਇਹਦੇ ਵਿੱਚ ਇੱਕ ਤਾਂ ਹੁੰਦਾ ਜੀ ਨਿਸ਼ਚਿਤ ਪਰਿਮਾਣਵਾਚਕ, ਜਿਹਨੂੰ ਆਪਾਂ ਕਹਿ ਦਿੰਦੇ ਆ ਮਿਣਤੀਵਾਚਕ। ਨਿਸ਼ਚਿਤ ਦੇ ਵਿੱਚ ਕੀ ਆਪਾਂ ਨੂੰ ਪਤਾ ਲੱਗ ਜੂਗਾ। ਕਹਿੰਦਾ ਜੀ ਜਿਹੜੇ ਆਪਣੇ ਵਿਸ਼ੇਸ਼ਾਂ ਦੀ ਪੂਰੀ ਮਿਣਤੀ ਜਾਂ ਮਾਪ ਤੋਲ ਦੱਸਣ, ਉਹਨੂੰ ਕੀ ਕਹਿ ਦਾਂਗੇ ਆਪਾਂ, ਪਰਿਮਾਣਵਾਚਕ ਜਾਂ ਮਿਣਤੀਵਾਚਕ ਕਹਿ ਦਾਂਗੇ। ਜਿਵੇਂ ਆਪਾਂ ਕਹਿ ਦਾਂਗੇ 2 ਕਿਲੋ ਪਿਆਜ਼ ਦਿਓ, ਤਾਂ ਇਹਦੇ ਵਿੱਚ ਪਤਾ ਵੀ ਆਪਾਂ ਨੂੰ 2 ਕਿਲੋ ਆਊਗਾ। 10 ਫੁੱਟ ਤੇ ਨਿਸ਼ਾਨ ਲਾ ਦਿਓ, 2 ਮੀਟਰ ਕੱਪੜਾ ਲਿਆਓ, 5 ਮੀਟਰ ਪੱਗ ਦਿਓ, ਅਸੀਂ 1 ਕਿਲੋਮੀਟਰ ਪੈਦਲ ਹੀ ਤੁਰੇ। ਇਹਨੂੰ ਆਪਾਂ ਕਹਿ ਦਾਂਗੇ ਨਿਸ਼ਚਿਤ ਪਰਿਮਾਣਵਾਚਕ। ਇੱਕ ਹੋ ਗਿਆ ਜੀ ਅਨਿਸ਼ਚਿਤ, ਇਹਦੇ ਵਿੱਚ ਪਤਾ ਹੀ ਨਹੀਂ ਹੈਗਾ। ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਆ, ਇਹਦੇ ਵਿੱਚ ਕੀ ਆ, ਪੂਰੀ ਮਿਣਤੀ ਜਾਂ ਮਾਪ ਨਹੀਂ ਦੱਸਣਗੇ। ਜਿਵੇਂ ਮੈਨੂੰ ਥੋੜਾ ਜਿਹਾ ਪਾਣੀ ਦਿਓ, ਹੁਣ ਥੋੜਾ ਜਿਹਾ ਪਤਾ ਨਹੀਂ 1 ਗਲਾਸ ਕਿ 2 ਗਲਾਸ, ਅੱਧਾ ਗਲਾਸ। ਸਬਜ਼ੀ ਵਿੱਚ ਜਰਾ ਕੁ ਮਿਰਚ ਪਾ ਦਿਓ, ਥੋੜੀ ਜੀ ਖੰਡ ਨਾਲ ਕੀ ਬਣਨਾ ਹੈ, ਬੋਤਲ ਵਿੱਚ ਬਹੁਤ ਸਾਰਾ ਤੇਲ ਚੋ ਗਿਆ ਹੈ। ਤਾਂ ਕਹਿਣ ਦਾ ਮਤਲਬ ਜਿਹਦੇ ਵਿੱਚ ਪੂਰੀ ਗਿਣਤੀ ਦਾ ਗਿਆਨ ਨਹੀਂ ਹੋ ਰਿਹਾ, ਭਾਵ ਨਹੀਂ ਹੋ ਰਿਹਾ, ਉਹਨੂੰ ਆਪਾਂ ਕੀ ਕਹਿ ਦਾਂਗੇ, ਅਨਿਸ਼ਚਿਤ ਪਰਿਮਾਣਵਾਚਕ ਕਹਿ ਦਾਂਗੇ। ਤਾਂ ਠੀਕ ਹੈ ਜੀ, ਥਰਡ ਵਨ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਨੈਕਸਟ ਆ ਗਿਆ ਆਪਣਾ ਜੀ ਨਿਸ਼ਚੈਵਾਚਕ, ਠੀਕ ਹੈ ਜੀ, ਡੈਮੋਸਟ੍ਰੇਟਿਵ ਐਡਜੈਕਟਿਵ ਜਿਹਨੂੰ ਆਪਾਂ ਕਹਿ ਦਿੰਦੇ ਆ। ਹੁਣ ਇਹਦੇ ਵਿੱਚ ਕੀ ਆ, ਨਿਸ਼ਚੈਵਾਚਕ ਦੇ ਵਿੱਚ ਕੀ ਆ ਕਿ ਪੱਕਾ ਸ਼ੋਰਟੀ ਆਪਾਂ ਨੂੰ। ਕਹਿੰਦਾ ਜੀ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਵੱਲ ਨਿਸ਼ਚੈ ਪੂਰਵਕ ਸੰਕੇਤ ਕਰੇ ਤੇ ਉਸ ਨੂੰ ਆਮ ਤੋਂ ਖਾਸ ਬਣਾ ਦੇਵੇ, ਉਹਨੂੰ ਆਪਾਂ ਕੀ ਕਵਾਂਗੇ, ਨਿਸ਼ਚੈਵਾਚਕ ਵਿਸ਼ੇਸ਼ਣ ਕਹਿ ਦਾਂਗੇ। ਜਿਵੇਂ ਇਹ ਕੁੜੀ ਕਿੰਨੀ ਸਮਝਦਾਰ ਹੈ, ਤੇ ਪੱਕਾ ਪਤਾ ਵੀ ਆਹੀ ਕੁੜੀ ਆ, ਨੇੜੇ ਆ ਨਾ ਆਪਣੇ ਖੜੀ। ਉਹ ਫੁੱਲ ਕਿੰਨਾ ਸੋਹਣਾ ਹੈ, ਤਾਂ ਆਪਾਂ ਦੱਸ ਰਹੇ ਹਾਂ ਇਸ਼ਾਰਾ ਕਰਕੇ ਵੀ ਉਹ ਫੁੱਲ ਕਿੰਨਾ ਸੋਹਣਾ ਹੈ। ਤਾਂ ਕਹਿਣ ਦਾ ਮਤਲਬ ਇਹਦੇ ਵਿੱਚ ਆਪਾਂ ਕੀ ਸੰਕੇਤ ਜਿਹੜੀ ਚੀਜ਼ ਨੂੰ ਕਰ ਰਹੇ ਹਾਂ, ਆਮ ਤੋਂ ਖਾਸ ਬਣਾ ਰਹੇ ਹਾਂ, ਉਹਦੇ ਬਾਰੇ ਆਪਾਂ ਨੂੰ ਸ਼ੋਰਟੀ ਆ, ਪੱਕੀ ਦੀ ਪੱਕੀ।
ਤਾਂ ਹੁਣ ਜਿਵੇਂ ਇਹਦੇ ਵਿੱਚ ਵੀ ਦੋ ਤਰ੍ਹਾਂ ਦੇ ਹੁੰਦੇ ਆ ਰਾਜੇ, ਜਿਵੇਂ ਇਹਦੇ ਵਿੱਚ ਇੱਕ ਹੁੰਦੇ ਆ ਨਿਕਟਵਰਤੀ, ਇੱਕ ਹੁੰਦੇ ਦੂਰਵਰਤੀ। ਨਿਕਟਵਰਤੀ ਦਾ ਮਤਲਬ ਕਿ ਜਿਹੜੀ ਚੀਜ਼ ਨੇੜੇ ਹੋਊਗੀ, ਦੂਰਵਰਤੀ ਜਿਹੜੀ ਚੀਜ਼ ਦੂਰ ਹੋਊਗੀ, ਉਹਦੇ ਨਾਲ ਆਪਾਂ ਇਸ਼ਾਰਾ ਕਰਕੇ ਦੱਸਾਂਗੇ। ਜਿਵੇਂ ਕਹਿੰਦਾ ਜੀ ਜਿਹੜੇ ਸ਼ਬਦ ਕਿਸੇ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸਨੂੰ ਆਮ ਤੋਂ ਖਾਸ ਬਣਾਉਂਦੇ ਉਹਨੂੰ ਆਪਾਂ ਕੀ ਕਵਾਂਗੇ? ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ। ਜਿਵੇਂ ਆਪਾਂ ਕਹਿ ਦਈਏ ਹੁਣ ਇਹ ਮੇਰਾ ਕਮਰਾ ਹੈ, ਉਹ ਚੀਜ਼ ਮੇਰੇ ਨੇੜੇ ਆ, ਮੈਂ ਕਹਿ ਦੂੰਗਾ ਵੀ ਆਹ ਮੇਰਾ ਕਮਰਾ ਹੈ ਭਾਈ। ਅਗਲਾ ਹੈਗਾ ਜੀ ਦੂਰਵਰਤੀ, ਜਿਹੜੇ ਸ਼ਬਦ ਕਿਸੇ ਦੂਰ ਦੀ ਚੀਜ਼ ਵੱਲ ਇਸ਼ਾਰਾ ਕਰਕੇ ਉਹਨੂੰ ਆਮ ਤੋਂ ਖਾਸ ਬਣਾਉਂਦੇ ਆ। ਜਿਵੇਂ ਮੈਂ ਕਹਤਾ ਉਹ ਲੜਕਾ ਹੁਸ਼ਿਆਰ ਹੈ, ਉਹ ਦੂਰ ਖੜਾ ਭਾਈ, ਮੈਂ ਕਹਤਾ ਉਹ ਲੜਕਾ ਬਹੁਤ ਹੁਸ਼ਿਆਰ ਹੈ, ਉਹ ਰਾਮ ਦਾ ਘਰ ਹੈਗਾ, ਠੀਕ ਹੈ। ਤੇ ਇਹ ਦੂਰ ਦੀ ਚੀਜ਼ਾਂ ਹੋ ਗਈਆਂ ਭਾਈ ਤੁਹਾਡੀਆਂ। ਤੇ ਦੂਰਵਰਤੀ ਤੇ ਨਿਕਟਵਰਤੀ ਕੀ ਹੁੰਦੇ ਆ ਜੀ? ਨਿਸ਼ਚੈਵਾਚਕ ਵਿਸ਼ੇਸ਼ਣ ਹੁੰਦੇ ਆ। ਲਾਸਟ ਵਨ ਆ ਗਿਆ ਜੀ ਆਪਣਾ ਪੜਨਾਮੀ ਵਿਸ਼ੇਸ਼ਣ। ਨਾਮ ਤੋਂ ਕਲੀਅਰ ਹੈ ਰਾਜੇ, ਠੀਕ ਹੈ ਜੀ। ਪੜਨਾਮੀ ਵਿਸ਼ੇਸ਼ਣ ਦੇ ਵਿੱਚ ਕੀ ਹੁੰਦਾ ਰਾਜੇ? ਕਹਿੰਦਾ ਜੀ ਜਿਹੜੇ ਸ਼ਬਦ ਪੜਨਾਮ ਹੋਵੇ ਪਰ ਨਾਮ ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ। ਹੁੰਦਾ ਤਾਂ ਉਹ ਪੜਨਾਮ ਹੈ, ਪੜਨਾਮ ਪਤਾ ਜਿਹੜਾ ਨਾਮ ਦੀ ਥਾਂ ਤੇ ਵਰਤਿਆ ਜਾਵੇ। ਜਿਵੇਂ ਮੈਂ ਕਹਿ ਦਵਾਂ ਜਿਵੇਂ ਹੁਣ ਇੱਥੇ ਕਹਿ ਦਈਏ ਆਪਾਂ ਕਿ ਬਲਜਿੰਦਰ ਸਰ ਦਾ ਚੈਨਲ ਪੋਜ਼ਿਟਿਵ ਬਾਈ ਪੰਜਾਬ ਹੈ, ਜਾਂ ਮੈਂ ਕਹਿ ਦਵਾਂ ਮੇਰਾ ਚੈਨਲ ਪੋਜ਼ਿਟਿਵ ਬਾਈ ਪੰਜਾਬ ਹੈ। ਇੱਥੇ ਮੈਂ ਮੇਰਾ ਸ਼ਬਦ ਕੀ ਆ ਗਿਆ ਰਾਜੇ? ਪੜਨਾਮ ਹੋ ਗਿਆ, ਠੀਕ ਹੈ ਜੀ। ਤਾਂ ਇਹ ਕੀ ਹੈ? ਕਹਿੰਦਾ ਜੀ ਜਿਹੜੇ ਪੜਨਾਮ ਹੋਣ ਪਰ ਨਾਮ ਸ਼ਬਦ ਦੇ ਨਾਲ ਲਾ ਕੇ ਕੀ ਕਰਨ? ਵਿਸ਼ੇਸ਼ਣ ਦਾ ਕੰਮ ਕਰਨ ਨੂੰ ਆਪਾਂ ਕੀ ਕਵਾਂਗੇ? ਪੜਨਾਮੀ ਵਿਸ਼ੇਸ਼ਣ ਕਵਾਂਗੇ। ਜਿਵੇਂ ਆਪਾਂ ਕਹਿ ਦਈਏ ਜਿਸ ਆਦਮੀ ਨੇ ਗਲਤੀ ਕੀਤੀ ਸੀ ਉਹ ਮੰਨ ਗਿਆ। ਹੁਣ ਜਿਹੜਾ ਜਿਸ ਸ਼ਬਦ ਹੈਗਾ ਰਾਜੇ, ਇਹ ਤਾਂ ਹੈਗਾ ਤਾਂ ਪੜਨਾਮ ਹੈ, ਪਰ ਉਹਦੇ ਨਾਲ ਵਿਸ਼ੇਸ਼ਣ ਕੀ ਲੱਗ ਗਿਆ? ਵੀ ਉਹਨੇ ਗਲਤੀ ਕੀਤੀ ਸੀ ਤੇ ਉਹ ਮੰਨ ਗਿਆ। ਹੁਣ ਮੇਰੀ ਕਿਤਾਬ ਕਿਸ ਕੋਲੇ ਹੈ, ਮੇਰੀ ਸ਼ਬਦ ਕੀ ਹੋ ਗਿਆ? ਤੁਹਾਡਾ ਪੜਨਾਮ ਹੋ ਗਿਆ। ਇਹਨੂੰ ਆਪਾਂ ਕਹਿ ਦਾਂਗੇ ਪੜਨਾਮੀ ਵਿਸ਼ੇਸ਼ਣ। ਪੜਨਾਮ ਦੇ ਨਾਲ ਕੀ ਆ ਜੂਗੀ? ਉਹਦੀ ਵਿਸ਼ੇਸ਼ਤਾ ਆ ਜੂਗੀ, ਉਹਨੂੰ ਆਪਾਂ ਕਹਿ ਦਾਂਗੇ ਪੜਨਾਮੀ ਵਿਸ਼ੇਸ਼ਣ ਕਹਿ ਦਾਂਗੇ। ਇਹ ਵੀ ਦੋ ਤਰ੍ਹਾਂ ਦੇ ਹੁੰਦੇ ਆ ਰਾਜੇ। ਹੁਣ ਜੇ ਮੈਂ ਗੱਲ ਕਰਾਂ, ਇੱਕ ਹੁੰਦਾ ਮੂਲ ਰੂਪ, ਇੱਕ ਹੁੰਦਾ ਉਤਪੰਨ। ਮੂਲ ਦਾ ਮਤਲਬ ਹੁੰਦਾ ਜਿਹੜੀ ਚੀਜ਼ ਆਪਣੇ ਆਪ ਤੋਂ ਬਣੀ ਹੁੰਦੀ ਹੈ। ਇਹ ਮੈਂ ਅੱਗੇ ਕਰਾਊਂਗਾ ਤੁਹਾਨੂੰ, ਮੂਲ ਸ਼ਬਦ ਵੀ ਕਰਵਾਊਂਗਾ, ਠੀਕ ਹੈ, ਅਗੇਤਰ ਪਿਛੇਤਰ ਵੀ ਕਰਵਾਊਂਗਾ। ਕਹਿੰਦਾ ਜੀ ਮੂਲ ਰੂਪ ਦਾ ਮਤਲਬ ਹੁੰਦਾ ਜਿਹੜੀ ਚੀਜ਼ ਆਪਣੇ ਆਪ ਤੋਂ ਬਣੀ ਹੈ। ਕਹਿੰਦਾ ਜੀ ਜਿਹੜੇ ਪੜਨਾਮ ਆਪਣੇ ਮੂਲ ਰੂਪ ਵਿੱਚ ਹੀ ਵਿਸ਼ੇਸ਼ਣ ਹੋ ਜਾਣ ਜਾਂ ਵਿਸ਼ੇਸ਼ ਹੋ ਜਾਣ। ਕਹਿੰਦਾ ਮਤਲਬ ਕੋਈ ਚੀਜ਼ ਆਪਣੇ ਆਪ ਦੇ ਵਿੱਚ ਵਿਸ਼ੇਸ਼ ਹੋ ਜਾਵੇ, ਉਹਨੂੰ ਆਪਾਂ ਕੀ ਕਵਾਂਗੇ? ਮੂਲ ਰੂਪੀ ਪੜਨਾਮੀ ਵਿਸ਼ੇਸ਼ਣ। ਜਿਵੇਂ ਕਹਿ ਦਈਏ ਜੀ ਕਿਹੜਾ ਲੜਕਾ ਗੈਰ ਹਾਜ਼ਰ ਹੈ, ਠੀਕ ਹੈ। ਕਹਿੰਦਾ ਉਤਪੰਨ ਰੂਪੀ ਪੜਨਾਮੀ ਵਿਸ਼ੇਸ਼ਣ। ਕਹਿੰਦਾ ਜਿਹੜੇ ਸ਼ਬਦ ਪੜਨਾਮ ਤੋਂ ਬਣ ਕੇ ਵਿਸ਼ੇਸ਼ਣ ਦਾ ਕੰਮ ਦੇਣ, ਉਹਨਾਂ ਨੂੰ ਉਤਪੰਨ ਰੂਪ ਪੜਨਾਮੀ ਵਿਸ਼ੇਸ਼ਣ ਕਹਿੰਦੇ ਆ। ਜਿਵੇਂ ਆਪਾਂ ਕਹਿ ਦਈਏ ਕਿੰਨੀ ਮਠਿਆਈ ਚਾਹੀਦੀ ਹੈ, ਹੁਣ ਇਹਦੇ ਵਿੱਚ ਕਿਹੜਾ ਕਿੰਨੀ ਸ਼ਬਦ ਹੈਗਾ ਰਾਜੇ? ਉਹ ਕੀ ਆ? ਉਤਪੰਨ ਰੂਪੀ ਪੜਨਾਮੀ ਵਿਸ਼ੇਸ਼ਣ ਹੈ। ਜਾਂ ਕਿਹੜਾ ਸ਼ਬਦ ਹੈਗਾ ਉਹ ਕੀ ਹੈ ਰਾਜੇ? ਤੁਹਾਡਾ ਮੂਲ ਰੂਪੀ ਪੜਨਾਮੀ ਵਿਸ਼ੇਸ਼ਣ। ਬਸ ਇਹ ਇੰਨੀ ਡਿਟੇਲ ਚ ਕਦੇ ਪੁੱਛਿਆ ਨਹੀਂ, ਬਟ ਤੁਹਾਨੂੰ ਮੈਂ ਕਰਵਾਤਾ। ਤਾਂ ਇਹ ਸੀਗਾ ਜੀ ਆਪਣਾ ਵਿਸ਼ੇਸ਼ਣ। ਆਈ ਹੋਪ ਤੁਹਾਨੂੰ ਕਲਾਸ ਪਸੰਦ ਆਈ ਹੋਊਗੀ ਰਾਜੇ। ਕਲਾਸ ਛੋਟੀ ਜ਼ਰੂਰ ਆ, ਬਟ ਤੁਹਾਡੇ ਵਾਸਤੇ ਬਹੁਤ ਹੀ ਖਾਸ ਹੈ, ਹਰ ਇੱਕ ਪੇਪਰ ਵਾਸਤੇ। ਤਾਂ ਹੁਣ ਤੁਸੀਂ ਮੈਨੂੰ ਜਾਂਦੇ ਜਾਂਦੇ ਦੋ ਕੁਐਸਚਨਾਂ ਦਾ ਆਨਸਰ ਕਰਨਾ ਕਮੈਂਟ ਬਾਕਸ ਦੇ ਵਿੱਚ, ਸਾਰੇ ਕਰਿਆ ਕਰੋ ਰਾਜੇ। ਦੇਖਦੇ ਬਹੁਤ ਬੱਚੇ ਲੇਕਿਨ ਕਮੈਂਟ ਨਹੀਂ ਕਰਦੇ। ਜਿੰਨੀ ਦੇਰ ਤੁਸੀਂ ਕਮੈਂਟ ਨਹੀਂ ਕਰੋਗੇ ਰਾਜੇ, ਚਾਹੇ ਤੁਹਾਨੂੰ ਕੁਐਸਚਨ ਆਉਂਦਾ ਚਾਹੇ ਨਹੀਂ ਆਉਂਦਾ, ਜੇ ਤੁਹਾਨੂੰ ਆਉਂਦਾ ਹੋਊਗਾ ਤਾਂ ਮੈਂ ਦੇਖੋ ਤੁਹਾਨੂੰ ਵੈਲ ਐਂਡ ਗੁੱਡ ਹੈ, ਜੇ ਨਹੀਂ ਆਉਂਦਾ ਹੋਊ ਤੁਹਾਨੂੰ ਮੈਂ ਕਮੈਂਟ ਦੇ ਵਿੱਚ ਕੀ ਕਰ ਦੂੰਗਾ? ਦੱਸ ਦੂੰਗਾ। ਕਹਿੰਦਾ ਜੀ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਆ? ਤੁਸੀਂ ਮੈਨੂੰ ਦੱਸਣਾ 4 ਤਰ੍ਹਾਂ ਦੇ, 5 ਤਰ੍ਹਾਂ ਦੇ, 6 ਤਰ੍ਹਾਂ ਦੇ ਜਾਂ 3 ਤਰ੍ਹਾਂ ਦੇ। ਇਹ ਸੌਖਾ ਕੁਐਸਚਨ ਹੈ, ਠੀਕ ਹੈ ਜੀ। ਇੱਕ ਕੁਐਸਚਨ ਆ ਵੀ ਆਇਆ ਹੋਇਆ, ਕਹਿੰਦਾ ਜੀ ਮੀਰਾ ਬੁੱਧੀਮਾਨ ਹੈ। ਤਾਂ ਵਾਕ ਦੇ ਵਿੱਚ ਜਿਹੜਾ ਬੁੱਧੀਮਾਨ ਸ਼ਬਦ ਹੈ ਰਾਜੇ ਉਹ ਕੀ ਹੈ? ਨਾਮ ਸ਼ਬਦ ਹੈ, ਪੜਨਾਮ ਹੈ, ਕਿਰਿਆ ਜਾਂ ਵਿਸ਼ੇਸ਼ਣ ਹੈ? ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਰਾਜੇ। ਇਸ ਤੋਂ ਇਲਾਵਾ ਇੱਕ ਕੁਐਸਚਨ ਹੋਰ ਹੈ, ਕਹਿੰਦਾ ਜੀ ਇਹ ਫੁੱਲ ਬਹੁਤ ਸੋਹਣਾ ਹੈ, ਵਾਕ ਦੇ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ? ਦੇਖੋ ਹੁਣ ਡਿਟੇਲ ਚ ਪੁੱਛ ਲਿਆ ਉਹਨੇ, ਅੱਗੇ ਟਾਈਪਸ ਦੇ ਬਾਰੇ ਪੁੱਛ ਲਿਆ ਵੀ ਫੁੱਲ ਬਹੁਤ ਸੋਹਣਾ ਹੈ, ਤਾਂ ਆਪਾਂ ਨੂੰ ਪਤਾ ਲੱਗ ਗਿਆ ਇੱਥੇ ਵਿਸ਼ੇਸ਼ਣ ਦੀ ਵਰਤੋਂ ਕਰ ਰਿਹਾ। ਤਾਂ ਫੁੱਲ ਨੂੰ ਵਿਸ਼ੇਸ਼ ਕਿਹਨੇ ਬਣਾਇਆ? ਸੋਹਣਾ ਸ਼ਬਦ ਨੇ ਬਣਾਇਆ। ਤਾਂ ਹੁਣ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ? ਸੰਖਿਆਵਾਚਕ ਦੀ ਹੋਈ ਹੈ, ਗੁਣਵਾਚਕ ਦੀ ਹੋਈ ਹੈ, ਪ੍ਰਮਾਣਵਾਚਕ ਦੀ ਹੋਈ ਹੈ ਜਾਂ ਨਿਸ਼ਚੈਵਾਚਕ ਦੀ ਹੋਈ ਹੈ? ਤਾਂ ਬਹੁਤ ਸੌਖਾ, ਇਹ ਵੀ ਤੁਸੀਂ ਕਰ ਸਕਦੇ ਹੋ ਕਮੈਂਟ ਰਾਜੇ। ਜਿਨ੍ਹਾਂ ਨੇ ਇਹ ਕੁਐਸਚਨ ਕਰਤਾ ਕਮੈਂਟ ਬਿਲਕੁਲ ਠੀਕ ਹੈ, ਤਾਂ ਮਤਲਬ ਕਿ ਉਹਨਾਂ ਨੇ 101% ਲੈਵਲ ਦੀ ਕਲਾਸ ਦੇਖੀ ਹੈ ਬਿਲਕੁਲ ਧਿਆਨ ਦੇ ਨਾਲ। ਜੇ ਨਹੀਂ ਹੋ ਰਿਹਾ ਠੀਕ, ਤਾਂ ਮਤਲਬ ਕਿ ਤੁਹਾਡੇ ਦੇਖਣ 'ਚ ਕਿਤੇ ਨਾ ਕਿਤੇ ਕਮੀ ਆ, ਤਾਂ ਧਿਆਨ ਦੇ ਨਾਲ ਦੇਖਣੀ ਹੈ। ਬਾਕੀ ਕੁਝ ਨਹੀਂ ਹੈਗਾ, ਕਰਨਾ ਕੀ ਹੈ ਤੁਸੀਂ ਲਾਈਕ ਕਰ ਦਿਓ ਜੇ ਤੁਹਾਨੂੰ ਵਧੀਆ ਲੱਗੇ, ਅਦਰਵਾਈਜ਼ ਡਿਸਲਾਈਕ ਦਾ ਬਟਨ ਵੀ ਹੈਗਾ ਰਾਜੇ, ਜੇ ਤੁਹਾਨੂੰ ਨਾ ਚੰਗੀ ਲੱਗੇ ਡਿਸਲਾਈਕ ਵੀ ਨੱਪ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ। ਕਮੈਂਟ ਜ਼ਰੂਰ ਕਰਿਆ ਕਰੋ ਕੁਐਸਚਨਾਂ ਦੇ ਵਿੱਚ, ਤੇ ਬਾਕੀ ਸ਼ੇਅਰ ਕਰ ਦਿਆ ਕਰੋ ਭਾਈ, ਕਰ ਭਲਾ ਹੋ ਭਲਾ। ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਤੇ ਨਾਲ ਬੈਲ ਘੰਟੀ ਜੀ ਨੂੰ ਦੱਬ ਲਿਆ ਕਰੋ, ਉਹਦੇ ਨਾਲ ਤੁਹਾਨੂੰ ਮਿਲਦੀਆਂ ਰਹਿਣਗੀਆਂ ਆਲ ਵੀਡੀਓ ਦੀ ਨੋਟੀਫਿਕੇਸ਼ਨ। ਤਾਂ ਜਲਦੀ ਮਿਲਦੇ ਹਾਂ। ਬਾਕੀ ਪੰਜਾਬ ਜੀਕੇ ਦੀ ਬਹੁਤ ਡਿਮਾਂਡ ਆ ਰਹੀ ਹੈ ਰਾਜੇ, ਥੋੜਾ ਜਿਹਾ ਸਬਰ ਕਰ ਲਓ, ਬਸ ਥੋੜਾ ਜਿਹਾ ਮੈਂ ਟਾਈਮ ਟੇਬਲ ਸੈੱਟ ਕਰ ਲਵਾਂ, ਤਾਂ ਜਲਦੀ ਤੁਹਾਡੇ ਸਾਹਮਣੇ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਲੈ ਕੇ ਪੰਜਾਬ ਜੀਕੇ ਵੀ। ਤਾਂ ਥੈਂਕ ਯੂ, ਧੰਨਵਾਦ, ਬਾਬਾ ਮਿਹਰ ਕਰੇ।